ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਨਰਿੰਦਰ ਸਤੀ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਸੀਂ ਖਬਰ ਜੰਕਸ਼ਨ ਦੇ ਵਿੱਚ। ਸੋ ਸਤੀ ਸਾਹਿਬ, ਤੁਸੀਂ ਅੱਜ ਬਿਲਕੁਲ ਸਮਾਰਟ ਬਣ ਕੇ ਔਰ ਡਿਸਕਸ਼ਨ ਵਾਸਤੇ ਬਿਲਕੁਲ ਰੈਡੀ ਹੋ ਸਟੂਡੀਓਸ ਦੇ ਵਿੱਚ। ਦੇਖੋ ਸੰਜੀਵ ਜੀ ਕਹਿੰਦੇ ਹੁੰਦੇ ਆ, ਸਾਡੇ ਨਾ ਇੱਕ ਹਾਈ ਕੋਰਟ ਦੇ ਸੀਨੀਅਰ ਵਕੀਲ ਸੀ ਸਰਦਾਰ ਪਿਆਰਾ ਸਿੰਘ ਮਾਨ ਜੀ। ਸਮਾਂ ਪਾ ਕੇ ਉਹਨਾਂ ਦੇ ਬੇਟੇ ਜਸਟਿਸ TPS ਮਾਨ ਜਿਹੜੇ ਆ ਉਹਨਾਂ ਦੇ ਬੇਟੇ ਸੀਗੇ, ਤਾਂ ਅੱਜ ਕੱਲ੍ਹ ਉਹ ਰਿਟਾਇਰ ਹੋ ਗਏ ਨੇ ਤੇ ਦੁਬਾਰਾ ਹਰਿਆਣਾ ਸਟੇਟ ਕੰਜ਼ਿਊਮਰ ਕੋਰਟ ਦੇ ਚੇਅਰਪਰਸਨ ਨੇ ਅੱਜ ਕੱਲ੍ਹ ਜਸਟਿਸ TPS ਮਾਨ ਹੋਰੀ। ਜੀ ਜੀ ਜੀ। ਤੇ ਪਿਆਰਾ ਸਿੰਘ ਮਾਨ ਹੋਰੀ ਕਹਿੰਦੇ ਹੁੰਦੇ ਸੀ ਵੀ ਭਾਈ ਜਦ ਤੱਕ ਆਪਾਂ ਦੁਨੀਆ 'ਚ ਫਿਰਨਾ ਤੁਰਨਾ ਨਾ ਪਈ, ਤਦ ਤੱਕ ਥੋੜ੍ਹਾ ਜਿਹਾ ਆਪਣਾ ਆਪ ਜਾਣੀ ਕਿ ਪ੍ਰੈਜ਼ੈਂਟੇਬਲ ਜਿਹਾ ਬਣਾ ਕੇ ਰੱਖੋ। ਪ੍ਰੈਜ਼ੈਂਟੇਬਲ ਜਿਹਾ ਵੀ ਜਦੋਂ ਕਹਿੰਦੇ ਲੱਗਦਾ ਵੀ ਨਹੀਂ ਹੁਣ ਕੋਈ ਗੱਲ ਇੱਦਾਂ ਦੀ ਹੈ ਨਹੀਂ ਗੀ ਬਾਹਰ ਫਿਰਨ ਤੁਰਨ ਵਾਲੀ, ਵੀ ਕਹਿੰਦੇ ਘਰ ਬੈਠੋ। ਜੇ ਦੁਨੀਆ 'ਚ ਵਿਚਰਨਾ, ਪੰਜਾਬ ਮੇਲ USA TV ਦੇ ਦਰਸ਼ਕਾਂ ਦੇ ਰੂਬਰੂ ਹੋਣਾ, ਤੇ ਫਿਰ ਥੋੜਾ ਜਿਹਾ ਆਪਣੇ ਆਪ ਨੂੰ ਮਾੜਾ ਮੋਟਾ ਸਵਾਰ ਕੇ, ਮਤਲਬ ਸਾਡਾ ਆਪਣਾ ਸਵੈਗ, ਤੇ ਤੁਸੀਂ ਮਖੌਲ ਕਰਦੇ ਆ। ਮੈਂ ਕਿਹਾ ਚਲੋ ਇੱਕ ਵਧੀਆ ਜਿਹਾ ਗੱਲਬਾਤ ਨਾਲ ਸ਼ੁਰੂਆਤ ਕੀਤੀ ਜਾਵੇ ਜੀ। ਸੋ ਇੱਕ ਚੰਗੀ ਖਬਰ ਇਹ ਹੈ ਕਿ ਜੋ ਰਸ਼ੀਆ ਤੇ ਯੂਕਰੇਨ ਦੇ ਵਿੱਚ ਯੁੱਧ ਚੱਲਦਾ ਪਿਆ, ਉਸ ਕਰਕੇ ਜਿਹੜੀ ਇੱਕ ਵੈਕਿਊਮ ਕ੍ਰੀਏਟ ਹੋਈ ਹੈ ਮਾਰਕੀਟ ਦੇ ਵਿੱਚ ਕਣਕ ਨੂੰ ਲੈ ਕੇ ਜੀ, ਕਿ ਇਹਨਾਂ ਦੋਨਾਂ ਕੰਟਰੀਜ਼ ਵੱਲੋਂ ਸਪਲਾਈ ਹੁੰਦੀ ਸੀ ਕਣਕ, ਹੁਣ ਦੋਵੇਂ ਯੁੱਧ ਦੇ ਉਲਝੇ ਹੋਏ ਨੇ ਕਿਉਂਕਿ ਕਣਕ ਦੀ ਪੈਦਾਵਾਰ ਯੂਕਰੇਨ 'ਚ ਵੀ ਤੇ ਰੂਸ ਵਿੱਚ ਵੀ ਕਾਫੀ ਜ਼ਿਆਦਾ ਹੈ ਜੀ। ਤੇ ਹੁਣ ਕਾਫੀ ਓਪਨ ਮਾਰਕੀਟ ਮਿਲਦੀ ਪਈ ਹੈ ਭਾਰਤ ਨੂੰ, ਤਾਂ ਕਿ ਉਹ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਮਾਰਕੀਟ ਬਣਾ ਸਕੇ। ਆਪਣੇ ਕੋਲ ਮੌਕਾ ਆ, ਲਾਹਾ ਲੈਣਾ ਚਾਹੀਦਾ ਮੌਕੇ ਦਾ। ਬਿਲਕੁਲ। ਤੇ ਦੂਸਰੀ ਮਾਰਕੀਟ ਬਣਦੀ ਪਈ ਹੈ। ਲੱਗਦਾ ਪਈ ਕਣਕ ਜਿਹੜੀ ਆ ਉਹ, ਕਿਉਂਕਿ ਭਾਰਤ ਵੀ ਬਹੁਤ ਪੈਦਾਵਾਰ ਕਰਦਾ ਕਾਫੀ ਜ਼ਿਆਦਾ, ਤੇ ਪਿੱਛੇ ਜੇ ਤਾਂ ਪੰਜਾਬ ਦੇ ਮੈਂ ਕਈ ਕਿਸਾਨ, ਉਹਨਾਂ 'ਚੋਂ ਸੁੱਖ ਨਾਲ ਹੁਣ ਇੱਕ ਨੇ ਕਿਸਾਨ ਮੋਰਚੇ ਵੱਲੋਂ ਚੋਣ ਵੀ ਲੜੀ ਆ, ਮੈਂ ਨਾਂ ਨਹੀਂ ਲਵਾਂਗਾ ਜੀ ਜੀ, ਉਹ ਯੂਕਰੇਨ ਦੇ ਵਿੱਚ ਜਾ ਕੇ ਥੋੜੀ ਖੇਤੀ ਸਸਤੀ ਪੈਂਦੀ ਆ, ਥੋੜੀ ਖੇਤੀ ਲਾਗਤ ਘੱਟ ਆ, ਸਰਕਾਰ ਵੀ ਹਮਾਇਤ ਕਰਦੀ ਆ ਕਿਸਾਨਾਂ ਦੀ, ਤੇ ਉਹਨੇ ਕਾਫੀ ਏਕੜ ਜ਼ਮੀਨ ਲੈ ਕੇ ਤਾਂ ਉਹ ਉੱਥੇ ਖੇਤੀ ਕਰ ਰਿਹਾ ਸੀਗਾ ਜੀ ਕੀਵ ਦੇ ਆਸ-ਪਾਸ। ਬਿਲਕੁਲ ਸਹੀ ਗੱਲ ਜੀ। ਤੇ ਤੁਹਾਨੂੰ ਹੁਣ ਲੱਗਦਾ ਪਈ ਜਿਹੜਾ ਕਣਕ ਹੈ, ਜਿੱਦਾਂ ਇਹਨਾਂ ਦੀ ਆਪਸੀ ਜੰਗ ਕਰਕੇ ਯੂਕਰੇਨ ਤੇ ਰੂਸ ਦੀ, ਤਾਂ ਸਾਡੇ ਕੋਲ ਜਿਹੜਾ ਇਹ ਮੌਕਾ ਆ, ਸਰਕਾਰ ਉਹਦਾ ਲਾਭ ਲਊਗੀ? ਲਾਭ ਤਾਂ ਲੈਣਾ ਚਾਹੀਦਾ, ਪਰ ਇਹ ਸਟੈਂਡਰਡ ਮੇਨਟੇਨ ਕਰਨਾ ਪਏਗਾ, ਕਿਉਂਕਿ ਇੱਕ ਬੈਡ ਨਿਊਜ਼ ਨਾਲ ਇਹ ਹੈ ਨਾ ਕਿ ਜਿਹੜੇ ਤਾਈਵਾਨ ਨੂੰ ਅਸੀਂ ਚਾਹ ਵੀ ਭੇਜੀ ਸੀ, ਕਿਉਂਕਿ ਸ਼੍ਰੀਲੰਕਾ ਸਭ ਤੋਂ ਵੱਡਾ ਸਪਲਾਇਰ ਰਿਹਾ ਹੈ ਚਾਹ ਦਾ। ਹਾਂ, ਤੁਸੀਂ ਗੱਲ ਕਰ ਰਹੇ ਸੀ ਆ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜੀ। ਔਰ ਸ਼੍ਰੀਲੰਕਾ ਦੀ ਇਕਨੋਮੀ ਇਸ ਵਕਤ ਹਿੱਲੀ ਪਈ ਹੈ, ਲੜਖੜਾਈ ਹੋਈ, ਪੂਰੀ ਤਰ੍ਹਾਂ ਆਰਥਿਕਤਾ ਡਾਵਾਂਡੋਲ ਆ ਉਹਨਾਂ ਦੀ। ਉਹ ਟਰਾਈ ਕੀਤਾ ਸੀ ਪਹਿਲਾਂ, ਅਸਾਈਨਮੈਂਟ ਸਾਡਾ ਕੈਂਸਲ ਹੋ ਗਿਆ, ਕੈਂਟਰ ਵਾਪਸ ਆ ਗਏ ਨੇ ਕਿਉਂਕਿ ਕੁਆਲਿਟੀ ਮੇਨਟੇਨ ਨਹੀਂ ਹੋਈ। ਸੋ ਉਹਦੇ ਚ ਪੈਸਟ ਜ਼ਿਆਦਾ ਮਿਲੇ, ਪੈਸਟੀਸਾਈਡ ਜ਼ਿਆਦਾ ਮਿਲੇ ਨੇ ਭਾਰਤ ਦੀ ਜੋ ਪੈਦਾਵਾਰ ਸੀ। ਸੋ ਜੇ ਬੁਰਾ ਇਹਨਾਂ ਨੂੰ ਐਕਸਪੀਰੀਅੰਸ ਹੋਇਆ ਹੈ ਚਾਹ ਤੋਂ, ਤਾਂ ਇੱਥੋਂ ਸਿੱਖਣਾ ਚਾਹੀਦਾ, ਦੁਬਾਰਾ ਟਰਾਈ ਕਰੋ, ਉਹਨਾਂ ਦੇ ਸਟੈਂਡਰਡਸ ਨੂੰ ਮੇਨਟੇਨ ਕਰੋ। ਬਿਲਕੁਲ। ਕਈ ਵਾਰੀ ਇਦਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਵੀ ਜੀ ਚੌਲ ਮਾੜੇ ਭੇਜਦੇ, ਕਣਕ ਮਾੜੀ ਭੇਜਤੀ, ਫਲਾਂ ਜਿਹੜੀ ਆ ਜਿਣਸ ਮਾੜੀ ਭੇਜ ਦਿੱਤੀ। ਸੋ ਇਹਦੇ ਨਾਲ ਤਾਂ ਦੇਸ਼ ਦੀ ਬਦਨਾਮੀ ਹੁੰਦੀ ਆ ਨਾ, ਬਦਨਾਮੀ ਹੁੰਦੀ ਆ, ਦਮਾਂ ਦੇ ਲੋਭ ਪਿੱਛੇ ਇਹ ਲੋਕ ਦੇਸ਼ ਨੂੰ ਬਦਨਾਮ ਕਰਦੇ ਆ। ਨਾਲੇ ਇਹ ਹੁੰਦਾ ਕਿ ਅਸਾਈਨਮੈਂਟਸ ਕੈਂਸਲ ਹੋ ਜਾਂਦੀਆਂ, ਕਈ ਵਾਰ ਡੀਲ ਕੈਂਸਲ ਹੋਣ ਤੱਕ ਨੌਬਤ ਆ ਜਾਂਦੀ ਹੈ ਕਿ ਜੇ ਤੁਸੀਂ ਇਹੀ ਕੰਮ ਕਰਦੇ ਨੇ ਅਸੀਂ ਤੁਹਾਡੇ ਨਾਲ ਡੀਲ ਹੀ ਨਹੀਂ ਕਰਾਂਗੇ, ਔਰ ਉਹ ਜਿਹੜੀ ਜਿਣਸ ਆ ਉਹ ਵੀ ਜਾਇਆ ਜਾਂਦੀ ਆ, ਉਹ ਸਗੋਂ ਦੁੱਗਣਾ ਨੁਕਸਾਨ ਹੁੰਦਾ। ਸੋ ਗੱਲ ਇਹ ਹੈ ਕਿ ਉਹਨਾਂ ਦੇ ਜੋ ਸਟੈਂਡਰਡਸ ਨੇ ਉਹਨਾਂ ਨੂੰ ਮੇਨਟੇਨ ਕਰਕੇ ਹੀ ਅਸੀਂ ਉਹਨਾਂ ਦੇ ਨਾਲ ਡੀਲਿੰਗ ਕਰ ਸਕਦੇ ਹਾਂ, ਬਿਜ਼ਨਸ ਕਰ ਸਕਦੇ ਹਾਂ, ਔਰ ਆਪਣਾ ਮਾਲ ਉੱਥੇ ਖਪਤ ਸਾਡੀ ਵੱਧ ਸਕਦੀ ਹੈ, ਤੇ ਨਾਲ ਦੀ ਨਾਲ ਸਾਨੂੰ ਫੋਰਨ ਐਕਸਚੇਂਜ ਕਮਾਉਣ ਦਾ ਮੌਕਾ ਮਿਲ ਸਕਦਾ। ਜਿਵੇਂ ਸਾਡਾ ਰੁਪਈਆ ਜੋ ਹੈ ਹੋਰ ਕਮਜ਼ੋਰ ਹੋ ਰਿਹਾ ਅਮਰੀਕਨ ਡਾਲਰ ਦੇ ਮੁਕਾਬਲੇ 78 ਰੁਪਏ, ਪਿਛਲੇ ਦਿਨੀ ਕਹਿੰਦੇ ਸੀਗੇ 70 ਦੇ ਆਸ-ਪਾਸ, 70-72, ਹੁਣ ਕਹਿੰਦੇ 78 ਦੇ ਚਲੇ ਗਏ ਦੇ ਆਸ-ਪਾਸ। ਕੈਨੇਡੀਅਨ ਡਾਲਰ, ਸਾਰੀ ਦੁਨੀਆ ਦੀ ਕਰੰਸੀ ਵੱਧ ਰਹੀ ਹੈ, ਸਾਡੀ ਥੱਲੇ ਨੂੰ ਜਾ ਰਹੀ ਹੈ। ਬਿਲਕੁਲ। ਫਿਰ ਇਸ ਕਰਕੇ ਕੀ ਹੋਏਗਾ ਕਿ ਜਿਹੜਾ ਬੈਲੈਂਸ ਆਫ ਪੇਮੈਂਟਸ ਹੈ ਇਕਨੋਮੀ ਦਾ, ਉਹ ਹਿੱਲੇਗਾ, ਕਿਉਂਕਿ ਐਕਸਪੋਰਟ ਵੇਲੇ, ਇੰਪੋਰਟ ਵੇਲੇ ਸਾਨੂੰ ਜ਼ਿਆਦਾ ਕੀਮਤ ਤਾਰਨੀ ਪਏਗੀ, ਤੇ ਸਾਨੂੰ ਘੱਟ ਕੀਮਤ ਮਿਲੇਗੀ ਜਦੋਂ ਅਸੀਂ ਐਕਸਪੋਰਟ ਕਰਾਂਗੇ। ਇੰਪੋਰਟ ਕਰਾਂਗੇ ਸਾਨੂੰ ਜ਼ਿਆਦਾ ਦੇਣਾ ਪਏਗਾ। ਸੋ ਦੋਵੇਂ ਪਾਸੇ ਸਾਨੂੰ ਨੁਕਸਾਨ। ਸੋ ਤੁਹਾਡੇ ਮੁਤਾਬਕ ਜਿਹੜਾ ਸ੍ਰੀਲੰਕਾ ਆ ਉੱਥੋਂ ਦੀ, ਕਿਉਂਕਿ ਚਾਹ ਦਾ ਉਦਯੋਗ, ਕਿਉਂਕਿ ਸਾਰਾ ਮੁਲਕ ਹੀ ਜਿਹੜਾ ਡਾਵਾਂਡੋਲ ਹੋ ਗਿਆ, ਤਾਂ ਇਸ ਵੇਲੇ ਆਪਣੇ ਕੋਲ ਤੁਹਾਨੂੰ ਪਤਾ ਵੀ ਬੰਗਲੌਰ, ਕਰਨਾਟਕਾ, ਆਂਧਰਾ ਦੇ ਵਿੱਚ ਜਿਹੜੀ ਇਹਦੀ ਖੇਤੀ ਹੁੰਦੀ ਆ ਕਿੰਨੀ ਵੱਡੇ ਪੱਧਰ ਤੇ, ਉਧਰ ਆਸਾਮ ਵਾਲੇ ਦਾਰਜੀਲਿੰਗ ਟੀ ਦੁਨੀਆ ਭਰ ਚ ਮਸ਼ਹੂਰ ਆ, ਹੈ ਨਾ। ਟਾਟਾ ਟੀ ਦੁਨੀਆ ਭਰ ਚ ਮਸ਼ਹੂਰ ਆ, ਟਾਟਾ ਟੀ ਗੋਲਡ ਆ, ਕਿੰਨੀਆਂ ਉਹਦੀਆਂ ਖੈਰ ਮੁਖਤਲਿਫ ਕੰਪਨੀਆਂ ਨੇ। ਤਾਂ ਇਹ ਜਿਹੜਾ ਤੁਸੀਂ ਕਹਿੰਦੇ ਆ ਵੀ ਡੀਲ ਕੈਂਸਲ ਹੋ ਜਾਂਦੀ,
ਜਿਹੜਾ ਉਹ ਰੱਦ ਹੋ ਜਾਂਦਾ, ਆਰਡਰ ਰੱਦ ਹੋ ਜਾਂਦਾ, ਜੀ। ਉਹ ਕੈਂਟਰ ਮੋੜ ਦਿੰਦੇ ਆ ਪੂਰੇ ਦੇ ਪੂਰੇ, ਮਤਲਬ ਸ਼ਿਪ ਜਿਹੜੇ ਆ ਉਹ ਵਾਪਸ ਕਰ ਪਿੰਡ ਜਿਹੜਾ ਜਹਾਜ਼ ਜਿਹੜਾ ਲੱਦਿਆ ਉਹ ਮੋੜ ਦਿੰਦੇ ਵੀ ਸਾਨੂੰ ਨਹੀਂ ਇਹ ਚਾਹੀਦਾ, ਹੈ ਨਾ, ਘਟੀਆ ਮਾਲ, ਸਟੈਂਡਰਡਸ ਦੇ ਮੁਤਾਬਿਕ ਨਹੀਂ ਜੀ, ਸਾਡੇ ਪੱਧਰ ਦੇ ਮੁਤਾਬਕ ਨਹੀਂ। ਸੋ ਸਰਕਾਰ ਨੂੰ ਜਿਹੜਾ ਲਾਹਾ ਲੈਣਾ ਚਾਹੀਦਾ, ਬਿਲਕੁਲ ਲਾਹਾ ਲੈਣਾ ਚਾਹੀਦਾ। ਦੇਖੋ ਨਾ, ਸ਼੍ਰੀਲੰਕਾ ਦੀ ਅਸੀਂ ਵੈਸੇ ਮਦਦ ਕਰ ਰਹੇ ਹਾਂ ਪੜੋਸੀ ਹੋਣ ਦੇ ਨਾਤੇ, ਪਰ ਉਹ ਡਿਫਰੈਂਟ ਸਟੋਰੀ ਹੈ। ਪਰ ਜਿੱਥੇ ਸਾਨੂੰ ਟ੍ਰੇਡ ਆ, ਸਾਨੂੰ ਮੌਕਾ ਮਿਲਦਾ, ਉੱਥੇ ਕੰਪੀਟੀਸ਼ਨ ਆ, ਉਹ ਸਾਨੂੰ ਜਿੱਤਣਾ ਹੀ ਪੈਣਾ। ਬਹੁਤਾਤ ਤਮਿਲ ਲੋਕਾਂ ਦੀ ਆ ਔਰ ਭਾਰਤੀ ਮੂਲ ਦੇ ਆ, ਅੱਧੇ ਤਾਂ ਉੱਤੇ ਜਿਹੜੇ ਸ਼੍ਰੀਲੰਕਨ ਭਾਰਤੀ ਮੂਲ ਦੇ ਰਿਸ਼ਤੇਦਾਰੀਆਂ ਆ, ਸਾਰਾ ਕੁਝ ਆਉਣ ਜਾਣ ਸਭ ਕੁਝ ਆ। ਹੁਣ ਜਿੱਥੇ ਟ੍ਰੇਡ ਦਾ ਮੌਕਾ ਮਿਲੇ, ਜਿੱਥੇ ਸਾਨੂੰ ਗੁੰਜਾਇਸ਼ ਹੈ, ਵੈਕਿਊਮ ਹੈ, ਅਸੀਂ ਉਸ ਵੈਕਿਊਮ ਨੂੰ ਪੂਰਾ ਕਰ ਸਕਦੇ ਹਾਂ ਆਪਣੀ ਕੋਸ਼ਿਸ਼ ਦੇ ਨਾਲ। ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਹ ਦੁਨੀਆ ਦਾ ਇੱਕ ਬਿਜ਼ਨਸ ਹੈ, ਇਹ ਦੁਨੀਆ ਇੱਕ ਕਾਰਪੋਰੇਟ ਬਣ ਚੁੱਕਾ ਹੈ। ਬਿਲਕੁਲ। ਸੋ ਕਈ ਵਾਰ ਤਾਂ ਸਾਡੇ ਜੋ ਐਕਸਪਰਟਸ ਨੇ, ਫਾਈਨੈਂਸ਼ੀਅਲ ਐਕਸਪਰਟਸ, ਉਹ ਕਹਿੰਦੇ ਨੇ ਕਿ ਅਸੀਂ ਡਿਫਰੈਂਟ ਦੇਸ਼ਾਂ 'ਚ ਨਹੀਂ ਰਹਿੰਦੇ, ਅਸੀਂ ਡਿਫਰੈਂਟ ਕਰੰਸੀਆਂ 'ਚ ਰਹਿੰਦੇ ਹਾਂ। ਅਮਰੀਕਨ ਡਾਲਰ ਇਜ਼ ਅ ਕਰੰਸੀ, ਇੰਡੀਅਨ ਰੁਪੀ ਇਜ਼ ਅ ਕਰੰਸੀ, ਯੂਰੋ ਇਜ਼ ਅ ਕਰੰਸੀ, ਠੀਕ ਹੈ ਨਾ। ਤੇ ਅਲੱਗ-ਅਲੱਗ ਜਿਹੜੀਆਂ ਕਰੰਸੀਆਂ ਨੇ, ਜੈਪਨੀਜ਼ ਯੈਨ ਇਜ਼ ਅ ਕਰੰਸੀ, ਉਹਨੂੰ ਕਰੰਸੀ ਦੀ ਵੈਲਿਊ ਕਿੰਨੀ ਹੈ, ਮਤਲਬ ਉਸ ਦੇਸ਼ ਦੀ ਵੈਲਿਊ ਕਿੰਨੀ ਹੈ। ਬਿਲਕੁਲ। ਸੋ ਸਾਨੂੰ ਆਪਣਾ ਵੀ ਦੇਖਣਾ ਪਏਗਾ, ਸਾਡਾ ਸਟੈਂਡਰਡ ਕਿੱਥੇ ਆ ਕੇ ਖੜਾ ਹੁੰਦਾ। ਤੇ ਕਿਉਂਕਿ ਪੂਰੀ ਦੁਨੀਆ ਇੱਕ ਬਿਜ਼ਨਸ ਹੈ ਔਰ ਇੱਕ ਕਾਰਪੋਰੇਟਸ ਦਾ ਕਾਲਜ ਬਣ ਚੁੱਕੀ ਹੈ, ਕਾਰਪੋਰੇਟ ਵਿਲੇਜ ਬਣ ਚੁੱਕੀ, ਕਹਿ ਲਓ, ਬਿਲਕੁਲ ਕਾਲਜ ਕਹਿ ਲਓ, ਕਾਰਪੋਰੇਟ ਵਿਲੇਜ ਸਾਰਾ ਹੋ ਗਿਆ ਪੂਰੀ ਦੁਨੀਆ ਇਸ ਵੇਲੇ। ਜਿਹੜਾ ਉਹ ਤੋਂ ਬਾਹਰ ਪੈਰ ਰੱਖਦਾ ਉਹ ਮਾਰਿਆ ਜਾਂਦਾ, ਜਿਹੜਾ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਉਹ ਥੋੜਾ ਜਿਹਾ। ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਇਨਸਾਨ ਜੋ ਹੈ ਨਾ, ਜਨਮ ਤੋਂ ਹੀ ਬਿਜ਼ਨਸਮੈਨ ਹੈ ਜੀ। ਤੁਸੀਂ ਦੇਖੋ, ਤੁਸੀਂ ਵੀ ਲਾਈਫ 'ਚ ਜੋ ਫੈਸਲਾ ਕਰਦੇ ਹੋ, ਉਹ ਇੱਕ ਬੈਲੈਂਸ ਸ਼ੀਟ ਤਿਆਰ ਕਰਦੇ ਹੋ ਨਾ, ਪ੍ਰੋਫਿਟ ਲਾਸ ਕੰਸੀਡਰ ਕਰਕੇ ਸਟੈਪ ਲੈਂਦੇ ਹੋ। ਬਿਲਕੁਲ। ਸੋ ਕਹਿੰਦੇ ਨੇ ਕਿ ਜਦੋਂ ਬੰਦਾ ਭੰਗੂੜੇ ਤੋਂ ਬਾਹਰ ਪੈਰ ਰੱਖਦਾ ਹੈ ਨਾ, ਉਹ ਬਿਜ਼ਨਸਮੈਨ ਹੋ ਜਾਂਦਾ ਹੈ, ਉਹ ਬਿਜ਼ਨਸ ਸਟਾਰਟ ਕਰ ਦਿੰਦਾ ਹੈ। ਔਰ ਕਈ ਵਾਰ ਤਾਂ ਅਸੀਂ ਦੇਖਾਂਗੇ ਛੋਟੇ ਬੱਚੇ ਨੇ ਨਾ, ਜੇ ਪਾਪਾ ਮੰਮੀ ਕੁਝ ਗਿਫਟ ਲੈ ਕੇ ਆਉਂਦੇ ਨੇ, ਕਿਵੇਂ ਭੱਜੇ ਜਾਂਦੇ ਨੇ, ਜਾ ਕੇ ਜੱਫੀ ਪਾਉਂਦੇ ਨੇ। ਜੇ ਕੁਝ ਨਾ ਲੈ ਕੇ ਆਉਣ ਤੇ ਮੂੰਹ ਬਣਾ ਕੇ ਬਹਿ ਜਾਂਦੇ ਨੇ। ਮਤਲਬ ਉਹ ਬਚਪਨ ਤੋਂ ਹੀ ਜਿਵੇਂ ਹੀ ਝੂਲੇ ਤੋਂ ਬਾਹਰ ਆਇਆ, ਤਿਵੇਂ ਹੀ ਉਸਨੇ ਬਿਜ਼ਨਸ ਸਟਾਰਟ ਕਰ ਦਿੱਤਾ। ਦੇਖੋ, ਕਾਰਪੋਰੇਟ ਜਗਤ ਨੇ ਪੂਰੀ ਮਤਲਬ ਦੁਨੀਆ ਨੂੰ ਆਪਣੀ ਵਲਗਣ ਵਿੱਚ ਲਿਆ ਹੋਇਆ। ਬਿਲਕੁਲ ਗਲਬਾ ਹੈ। ਪਿਛਲੇ ਦਿਨੀ ਕੋਈ ਗੱਲ ਕਰਦਾ ਸੀਗਾ ਵੀ ਜਿਹੜਾ ਸੰਜੀਵ ਜੀ, ਮਸਲਨ ਆਪਣਾ ਬੰਗਲੌਰ ਹੈ, ਹਾਂਜੀ, ਆਈਟੀ ਹੱਬ ਆ। ਪਹਿਲਾਂ ਆਪਾਂ ਬੰਗਲੌਰ ਨੂੰ ਬਾਗਾਂ ਦਾ ਸ਼ਹਿਰ ਕਹਿੰਦੇ ਹੁੰਦੇ ਸੀਗੇ, ਹੋਟਲਾਂ ਦਾ ਸ਼ਹਿਰ ਕਹਿੰਦੇ ਸੀ, ਖੂਬਸੂਰਤ ਸ਼ਹਿਰ ਆ। ਅੱਜ ਉਹ ਆਈਟੀ ਹੱਬ ਆ। ਦੋ ਸ਼ਹਿਰਾਂ ਤੇ ਗੁਣਾ ਪਿਆ ਸੀਗਾ ਹਿੰਦੁਸਤਾਨ ਦੇ ਵਿੱਚ, ਚੰਡੀਗੜ੍ਹ ਤੇ ਬੰਗਲੌਰ ਤੇ ਆਈਟੀ ਹੱਬ ਬਣਾਉਣ ਲਈ। ਚੰਡੀਗੜ੍ਹ ਦਾ ਤੁਹਾਨੂੰ ਪਤਾ ਹੀ ਆ ਵੀ ਰੇੜਕਾ ਨਾ ਸ਼ਾਇਦ ਮੁੱਕੇ ਤਾਂ ਨਾ ਮੁੱਕਣਾ ਕਦੋਂ ਤੋਂ ਚੱਲਦਾ ਆ ਰਿਹਾ, ਹੈ ਨਾ। ਤੇ ਜਦੋਂ ਬੰਗਲੌਰ ਇਸ ਵੇਲੇ ਆਈਟੀ ਹੱਬ ਆ, ਕੋਈ ਬੰਦਾ ਪਿਛਲੇ ਦਿਨੀ ਗੱਲ ਕਰ ਰਿਹਾ ਸੀਗਾ, ਉੱਥੇ ਸੌਫਟਵੇਅਰ ਇੰਜੀਨੀਅਰ ਆ, ਉਹ ਕਹਿੰਦਾ ਵੀ ਇਹ ਬੰਗਲੌਰ ਕਾਰਪੋਰੇਟ ਜਗਤ ਦੇ ਰੰਗ ਵਿੱਚ ਰੰਗਿਆ ਹੋਇਆ। ਬਿਲਕੁਲ ਸਹੀ ਹੈ। ਇੱਥੇ ਕੋਈ ਧਰਮ ਨਹੀਂ, ਕੋਈ ਟੋਟਮ ਟੈਬੂ ਨਹੀਂ, ਕੋਈ ਪਾਬੰਦੀਆਂ ਨਹੀਂ, ਕੋਈ ਮਨਾਹੀ ਨਹੀਂ, ਕੋਈ ਕੁਛ ਨਹੀਂ। ਕੋਈ ਜਿਹੜੇ ਸਮਾਜਿਕ ਹੁੰਦਾ ਨਾ ਵੀ ਇੱਦਾਂ ਕਰਨਾ, ਇੱਦਾਂ ਨਹੀਂ ਕਰਨਾ, ਇੱਦਾਂ ਵਿਚਰਨਾ ਜ਼ਿੰਦਗੀ 'ਚ, ਇੱਦਾਂ ਨਹੀਂ ਵਿਚਰਨਾ, ਕਹਿੰਦਾ ਇੱਦਾਂ ਦੀ ਇੱਥੇ ਕੋਈ ਗੱਲ ਨਹੀਂ। ਮਤਲਬ ਬਿਜ਼ਨਸ ਹੈ ਨਾ, ਵੀ ਗੱਲ ਸਿਰਫ ਟੈਕਨੀਕ ਦੀ ਹੁੰਦੀ ਆ, ਹੈ ਨਾ। ਤਕਨੀਕ ਤੋਂ ਇਲਾਵਾ ਕਹਿੰਦਾ ਇੱਥੇ ਕੋਈ ਕਿਸੇ ਦਾ ਧਰਮ ਨਹੀਂ। ਨਿੱਤ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ, ਨਵੇਂ ਸੌਫਟਵੇਅਰ ਇੰਜੀਨੀਅਰ ਜਿਹੜਾ ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਸੋ ਇਹ ਜਿਹੜਾ ਵਪਾਰ ਵੀ ਆ, ਆਪਾਂ ਜਾਣਦੇ ਹਾਂ ਸੰਜੀਵ ਜੀ ਵੀ ਕਾਰਪੋਰੇਟ ਸੈਕਟਰੀ ਚਲਾ ਰਿਹਾ ਹੈਗਾ। ਸੋ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਯੂਕਰੇਨ ਜਾਂ ਰੂਸ ਦੀ ਜੰਗ ਦਾ ਲਾਹਾ, ਤਾਂ ਮੈਂ ਨਹੀਂ ਕਹੂੰਗਾ, ਪਰ ਸਥਿਤੀ ਜਿੱਦਾਂ ਦੀ ਪੈਦਾ ਹੋਈ ਆ, ਉਹਦੇ ਤਹਿਤ ਨਾ ਤਾਂ ਉੱਥੋਂ ਐਕਸਪੋਰਟ ਹੋ ਰਹੀ ਆ ਰੂਸ ਤੋਂ ਕਿਸੇ ਬੰਨੇ ਨੂੰ, ਨਾ ਯੂਕਰੇਨ ਤੋਂ ਹੋ ਰਹੀ ਆ। ਰੱਬ ਕਰੇ ਜੰਗ ਮੁੱਕੇ, ਠੀਕ ਹੈ, ਮਾਵਾਂ ਦੇ ਪੁੱਤ ਲਾਮ ਤੋਂ ਘਰਾਂ ਨੂੰ ਪਰਤਣ। ਪਰ ਜਿਹੋ ਜਿਹੀ ਸਥਿਤੀ ਪੈਦਾ ਹੋਈ ਆ, ਭਾਰਤ ਆਪਣੇ ਅੰਨ ਭੰਡਾਰ ਜਿਹੜੇ ਆ ਉਹ ਵਿਦੇਸ਼ਾਂ ਨੂੰ ਤੋੜ ਸਕਦਾ ਔਰ ਚੰਗਾ ਮੁਨਾਫਾ ਕਮਾ ਸਕਦਾ ਹੈਗਾ। ਮੁਨਾਫਾ ਕਮਾ ਸਕਦਾ, ਨਾਲ ਇੱਕ ਇੰਟਰਨੈਸ਼ਨਲ ਰਿਲੇਸ਼ਨਸ ਹੋਰ ਸਟਰੋਂਗ ਹੋਣਗੇ, ਕਿਉਂਕਿ ਮਿਊਚੁਅਲ ਬੈਨੀਫਿਟ ਆ। ਬਿਲਕੁਲ, ਉਹਨਾਂ ਨੂੰ ਵੀ ਬੈਨੀਫਿਟ, ਸਾਨੂੰ ਵੀ ਬੈਨੀਫਿਟ, ਤਾਂ ਹੀ ਬਿਜ਼ਨਸ ਡੀਲ ਹੋਏਗੀ। ਸੋ ਸਟੈਂਡਰਡਸ ਉਹਨਾਂ ਨੂੰ ਵੀ ਮੇਨਟੇਨ ਕਰਨੇ ਪੈਣਗੇ, ਸਾਨੂੰ ਵੀ ਮੇਨਟੇਨ ਕਰਨੇ ਪੈਣਗੇ, ਤਾਂ ਜਾ ਕੇ ਉਹ ਮੈਚੁਰ ਹੋਏਗੀ ਡੀਲ, ਜੋ ਵੀ ਤੁਸੀਂ ਕੰਟਰੈਕਟਸ ਕਰਦੇ ਹੋ। ਸੋ ਇਹਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਆ। ਔਰ ਨਾਲ ਤੁਸੀਂ ਕਿਹਾ ਜੰਗ ਮੁੱਕਣੀ ਚਾਹੀਦੀ, ਉਹ ਤਾਂ ਵਾਕਈ ਮੁੱਕਣੀ ਚਾਹੀਦੀ ਹੈ। 100 ਦਿਨ ਤੋਂ ਜ਼ਿਆਦਾ ਹੋ ਚੁੱਕੇ ਨੇ। ਉਮੀਦ ਨਹੀਂ ਸੀ ਕਿ ਇੰਨੀ ਲੰਬੀ ਜੰਗ ਜਾਏਗੀ, ਪਰ ਇੱਕ ਚੀਜ਼ ਸੋਚਣ ਵਾਲੀ ਹੈ, ਹੱਲਾਸ਼ੇਰੀ ਦੇਈ ਜਾਂਦੇ ਨੇ ਜੰਗ ਨੂੰ ਹੋਰ ਵਧਾਉਣ ਵਾਸਤੇ, ਪੈਸੇ ਦੀ ਏਡ ਵੀ ਦਿੱਤੀ ਜਾਂਦੀ ਹੈ, ਨਾਲ ਹਥਿਆਰ ਵੀ ਦਿੱਤੇ ਜਾਂਦੇ ਨੇ, ਰੋਕਣ ਦੀ ਕੋਈ ਗੱਲ ਹੀ ਨਹੀਂ ਕਰਦਾ ਪਿਆ। ਦੇਖੋ, ਜਿਹੜਾ ਸੈਟਨ ਆ ਨਾ, ਸ਼ੈਤਾਨ, ਹਾਂਜੀ, ਉਹ ਆਪਣਾ ਕੰਮ ਕਰ ਰਿਹਾ। ਬਿਲਕੁਲ ਸਹੀ ਗੱਲ ਹੈ। ਤੇ
ਆਪਾਂ ਜੇ ਨਾ ਵੀ ਲਈਏ ਮੁਲਕ ਦਾ ਤੇ ਸਾਰੀ ਦੁਨੀਆ ਨੂੰ ਪਤਾ ਹੀ ਆ ਇਹਦੇ ਮਗਰ ਕੇਸ ਸ਼ੈਤਾਨ ਦਾ ਹੱਥ ਆ। ਸੋ ਉਹ ਦੁਨੀਆ ਨੂੰ ਨਚਾ ਰਿਹਾ ਹੈਗਾ। ਠੀਕ ਹੈ, ਕਿਸੇ ਦੀ ਤਰਫਦਾਰੀ ਕਰਕੇ, ਕਿਸੇ ਦਾ ਵਿਰੋਧ ਕਰਕੇ। ਗੱਲ ਸਾਰੀ ਜਿਵੇਂ ਤੁਸੀਂ ਪਹਿਲਾਂ ਹੀ ਕਰਦੇ ਹਟੇ ਆ, ਮੰਡੀ ਦੀ, ਹਥਿਆਰ ਵੇਚਣੇ, ਜਿਣਸਾਂ ਵੇਚਣੀਆਂ। ਇਸ ਵੇਲੇ ਦੁਨੀਆ 'ਚ ਮਾਰਕੀਟਿੰਗ ਦੀ ਜੰਗ ਆ। ਪ੍ਰੋਡਕਟ ਕਿੱਥੇ ਵੇਚਣਾ, ਲਾਹਾ ਕਿੱਥੋਂ ਲੈਣਾ। ਆਉਣ ਵਾਲੀ ਛੇਤੀ, ਮਤਲਬ ਬਹੁਤਾ ਚਿਰ ਨਹੀਂ ਮੈਨੂੰ ਲੱਗਦਾ, 1-2 ਦਹਾਕਾਂ ਦੇ ਵਿੱਚ ਹੀ ਮੁੜ ਕੇ ਪਾਣੀ ਲਈ ਜੰਗ ਸ਼ੁਰੂ ਹੋ ਜਾਣੀਆਂ ਹਨ। ਆਪਾਂ ਪਹਿਲਾਂ ਵੀ ਜਾਣਦੇ ਹਾਂ ਵੀ ਪਹਿਲਾਂ ਆਰੀਅਨ ਕਿੱਦਾਂ ਚਰਾਂਦਾਂ ਤੇ ਪਾਣੀ ਭਾਲਦੇ ਤੁਰੇ ਫਿਰਦੇ ਤੇ ਗਾਂ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਹਨ। ਸੋ ਆਉਣ ਵਾਲੇ ਸਮੇਂ 'ਚ ਜਿਹੜੀ ਜੰਗ ਆ, ਪੀਣ ਯੋਗ ਪਾਣੀ ਨਹੀਂ ਰਿਹਾ ਧਰਤੀ ਤੇ। ਇਕੱਲਾ ਇੱਥੇ ਹੀ ਨਹੀਂ, ਪੂਰੀ ਦੁਨੀਆ 'ਚ ਇਹ ਹਾਲ ਹੈ। ਤੇ ਸਾਊਥ ਅਫਰੀਕਾ ਦੀ ਆਪਣੇ ਪਿੱਛੇ ਜੇ ਆ ਰਹੀਆਂ ਸੀਗੀਆਂ ਵੀਡੀਓਜ਼ ਪਈ, ਕਿੱਦਾਂ ਸ਼ਹਿਰ ਜਿਹੜਾ ਉਹ ਪਾਣੀ ਹੈ ਨਹੀਂ, ਪੂਰੇ ਸ਼ਹਿਰ ਦੇ ਵਿੱਚ ਨਾ ਪੀਣ ਯੋਗ ਪਾਣੀ ਹੈ ਨਹੀਂਗਾ। ਸੋ ਜਿਹੜਾ ਧਰਤੀ ਹੇਠਲਾ ਉਹ ਪਲੀਤ ਹੋ ਚੁੱਕਾ ਹੈਗਾ। ਉਹ ਵੀ ਮਨੁੱਖ ਦੀਆਂ ਪੈਦਾ ਕੀਤੀਆਂ ਰਸਾਇਣਾਂ ਜਿਹੜੀਆਂ ਧਰਤੀ ਦੇ ਵਿੱਚ ਸਿਮਦੀਆਂ ਹੈਗੀਆਂ, ਉਹ ਪਾਣੀ ਨੂੰ ਖਰਾਬ ਕਰ ਉਹਨਾਂ ਦੇ ਕਰਕੇ ਹੋਇਆ। ਬਿਲਕੁਲ ਸਹੀ ਗੱਲ ਹੈ। ਸੋ ਕੁੱਲ ਮਿਲਾ ਕੇ ਇਹ ਆ ਵੀ ਜਿਹੜਾ ਇਹ ਕਾਰਪੋਰੇਟ ਜਗਤ ਦਾ ਗਲਬਾ ਆ, ਉਹਦੇ ਚੋਂ ਆਪਾਂ ਚਾਹ ਕੇ ਵੀ ਬਾਹਰ ਨਹੀਂ ਆ ਸਕਦੇ। ਦੇਖੋ ਇੱਕ ਚੀਜ਼ ਹੈ, ਅਟੈਕ ਸਾਡੇ ਸੱਭਿਆਚਾਰ ਤੇ ਵੀ ਹੈ ਜੀ, ਸਾਡੇ ਕਲਚਰ ਤੇ ਵੀ ਅਟੈਕ ਹੁੰਦਾ। ਬਿਲਕੁਲ। ਹੁਣ ਜਿਹੜੀਆਂ ਐਡਵਰਟਾਈਜ਼ਮੈਂਟਸ ਬਣਦੀਆਂ ਨੇ ਜੀ, ਟੈਲੀਵਿਜ਼ਨ ਸੀਰੀਅਲਸ ਨੇ ਜਾਂ ਫਿਲਮਸ ਨੇ, ਉਹਦੇ 'ਚ ਪ੍ਰੋਡਕਟ ਪਲੇਸਮੈਂਟ ਹੈ। ਬਿਲਕੁਲ। ਉਹਦੇ 'ਚ ਕਲਚਰ ਨਹੀਂ ਹੈ। ਉਹ ਕਿਹੜਾ ਕਲਚਰ ਹੈ? ਉਹ ਕਿਸੇ ਕੰਟਰੀ ਦਾ ਕਲਚਰ ਨਹੀਂ। ਉਹ ਜਿਹੜੇ ਮਾਰਕੀਟਿੰਗ ਦੇ ਐਕਸਪਰਟਸ ਨੇ, ਉਹ ਉੱਥੇ ਬਹਿ ਕੇ ਕਲਚਰ ਕ੍ਰੀਏਟ ਕਰਦੇ ਨੇ ਜਿਹੜਾ ਉਹਨਾਂ ਦੀ ਸੇਲ ਨੂੰ ਪ੍ਰਮੋਟ ਕਰਨ ਵਾਸਤੇ ਸੂਟ ਕਰੇ। ਪਿਛਲੇ ਹਾਂਜੀ ਬਿਲਕੁਲ ਫੋਰ ਐਗਜ਼ਾਮਪਲ, ਤੁਸੀਂ ਆਹ ਕਾਰ ਖਰੀਦੋ, ਤੁਹਾਡੀ ਜੀਵਨ 'ਚ ਖੁਸ਼ੀ ਆਏਗੀ। ਹੁਣ ਖੁਸ਼ੀ ਬੰਦੇ ਦੇ ਅੰਦਰ ਹੁੰਦੀ ਹੈ, ਉਹ ਕਾਰ ਦੇ ਨਾਲ ਥੋੜ੍ਹਾ ਹੋਣੀ ਆ। ਫਿਰ ਇਹ ਜਿਹੜਾ ਕਲਚਰ ਇਦਾਂ ਦਾ ਆ ਵੀ ਉਹਦੇ 'ਚ ਕਈ ਵਾਰੀ ਧਾਰਮਿਕ ਭਾਵਨਾਵਾਂ ਦਾ ਵੀ ਖਿਆਲ ਨਹੀਂ ਰੱਖਿਆ ਜਾਂਦਾ। ਪਿਛਲੇ ਦਿਨੀ ਦਿੱਲੀ 'ਚ ਇੱਕ ਫੈਸ਼ਨ ਸ਼ੋਅ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਕੇਸਰੀ ਦਸਤਾਰ ਖਾਲਸੇ ਦੀ ਸ਼ਾਨ ਦਾ ਪ੍ਰਤੀਕ ਆ, ਹੈ ਨਾ। ਸ੍ਰੀ ਸਾਹਿਬ ਪਾਏ ਹੋਏ ਸੀਗੇ ਜੀ। ਔਰ ਉਹ ਮਤਲਬ ਭੁੱਲ ਜਾਂਦੇ ਆ ਭਈ ਇਹਦਾ ਕੀ ਵਿਰੋਧ ਹੋਣਾ ਜਾਂ ਇਹਦੀਆਂ ਕੀ ਰੈਪਰਕਸ਼ਨਸ ਹੋਣਗੀਆਂ, ਆਫਟਰ ਇਫੈਕਟਸ ਇਹਦੇ ਕੀ ਹੋਣਗੇ। ਸੋ ਕਈ ਵਾਰੀ ਕਾਰਪੋਰੇਟ ਜਗਤ ਦੇ ਵਿੱਚ ਨਾ ਕੋਈ ਧਰਮ ਨਹੀਂਗਾ। ਮੈਂ ਦੇਖਿਆ ਬਿਊਟੀ ਕੰਪੀਟੀਸ਼ਨ ਹੋਏਗਾ ਜੀ। ਹੁਣ ਬਿਊਟੀ ਦੀ ਕੋਈ ਪਰਿਭਾਸ਼ਾ ਥੋੜਾ ਹੈ। ਉਹਨਾਂ ਨੇ ਆਪਣੀ ਤਰ੍ਹਾਂ ਨਜਿੱਠੀ ਹੋਈ ਹੈ ਕਿ ਇਦਾਂ ਦਾ ਰੰਗ ਹੋਣਾ ਚਾਹੀਦਾ ਹੈ, ਇਦਾਂ ਦਾ ਜਿਸਮ ਦਾ ਮੈਜ਼ਰਮੈਂਟਸ ਹੋਣੀਆਂ ਚਾਹੀਦੀਆਂ ਨੇ, ਉਹਨੂੰ ਉਹ ਬਿਊਟੀ ਮੰਨਦੇ ਨੇ। ਹੁਣ ਬਿਊਟੀ ਜਿਹੜੀ ਹੈ ਅਲੱਗ-ਅਲੱਗ ਥਾਂ ਦੀ ਅਲੱਗ-ਅਲੱਗ ਹੈ। ਕੋਈ ਡਿਫਾਈਨ ਕਰਦਾ, ਕੋਈ ਅੰਦਰ ਦੀ ਖੂਬਸੂਰਤੀ ਦੀ ਗੱਲ ਕਰਦਾ, ਕੋਈ ਬਾਹਰ ਦੀ ਖੂਬਸੂਰਤੀ ਦੀ ਗੱਲ ਕਰਦਾ। ਬਿਊਟੀ ਦੀ ਕੋਈ ਡੈਫੀਨੇਸ਼ਨ ਨਹੀਂ ਹੈ, ਪਰ ਇਹਨਾਂ ਦੀਆਂ ਪ੍ਰੋਡਕਟਸ ਨੂੰ ਸੇਲ ਕਰਨ ਵਾਸਤੇ ਜੋ ਬਿਊਟੀ ਦੀ ਡੈਫੀਨੇਸ਼ਨ ਇਹਨਾਂ ਨੇ ਕ੍ਰੀਏਟ ਕਰਨੀ ਹੈ, ਉਹ ਕ੍ਰੀਏਟ ਕੀਤੀ ਹੋਈ ਹੈ, ਉਹ ਜੋ ਇਹਨਾਂ ਨੂੰ ਮਤਲਬ ਸੂਟ ਕਰਦਾ। ਦੂਸਰਾ ਇਹ ਆ ਭਈ ਜਿਹੜੀਆਂ ਆਪਾਂ ਧਾਰਮਿਕ ਭਾਵਨਾਵਾਂ ਦੀ ਗੱਲ ਕਰਦੇ ਸੰਜੀਵ ਜੀ, ਭਈ ਪਿਛਲੇ ਦਿਨੀ ਆਪਾਂ ਜਾਣਦੇ ਹਾਂ ਵੀ ਨੂਪੁਰ ਸ਼ਰਮਾ ਤੇ ਜਿੰਦਲ ਹੋਰਾਂ ਦੇ ਜਿਹੜੀ ਬਿਆਨਬਾਜ਼ੀ ਆ, ਉਹਨੇ ਕਿੱਦਾਂ ਦੁਨੀਆ ਭਰ 'ਚ ਪ੍ਰਤੀਕਰਮ ਪੈਦਾ ਹੋਇਆ। ਬਿਲਕੁਲ ਜੀ, ਅਜੇ ਤੱਕ ਹੋ ਰਿਹਾ ਹੈਗਾ। ਬਿਲਕੁਲ ਹੋ ਰਿਹਾ। ਤੇ ਮੁਲਕ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਆ। ਆਪਾਂ ਜਾਣਦੇ ਹਾਂ ਪਿਛਲੇ ਦਿਨੀ ਕਿੰਨੀ ਹਿੰਸਾ ਹੋਈ ਜੁਮੇ ਦੀ ਨਮਾਜ਼ ਤੋਂ ਬਾਅਦ। ਬਿਲਕੁਲ ਹੋਈ। ਠੀਕ ਹੈ, ਫੜੀ ਹੋਈ ਲੋਕਾਂ ਦੇ, ਕਈਆਂ ਦੇ ਪ੍ਰਦਰਸ਼ਨਕਾਰੀਆਂ ਦੇ ਘਰ ਵੀ ਢਾਏ ਗਏ। ਬਲਡੋਜ਼ਰ ਪੋਲੀਟਿਕਸ ਜਿਹਨੂੰ ਆਪਾਂ ਕਹਿੰਦੇ ਆ। ਤਾਂ ਹੁਣ ਉੱਦਾਂ ਤਾਂ ਚਲੋ ਵਿਰੋਧ ਚੱਲਦਾ ਹੀ ਆ, ਪਰ ਸੰਯੁਕਤ ਰਾਸ਼ਟਰ ਵਰਗੀ ਜਥੇਬੰਦੀ ਦਾ ਸਕੱਤਰ ਜਨਰਲ ਅੰਤੋਨੀਓ ਗੁਟੇਰੇਸ ਜੇ ਉਹਦਾ ਨੋਟਿਸ ਲੈਂਦਾ ਤਾਂ ਉਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਾਂਜੀ, ਉਹਨੇ ਸੱਦਾ ਦਿੱਤਾ ਵੀ ਭਾਰਤ ਵਿੱਚ ਜਿਹੜੀ ਧਾਰਮਿਕ ਵਖਰੇਵਿਆਂ ਤੇ ਹਿੰਸਾ ਤੇ ਆਧਾਰਿਤ, ਨਫ਼ਰਤ ਤੇ ਆਧਾਰਿਤ ਹਿੰਸਾ ਹੋ ਰਹੀ ਆ, ਉਹ ਬੰਦ ਹੋਣੀ ਚਾਹੀਦੀ ਆ। ਸੋ ਇੱਕ ਬੰਨੇ ਦੇਖੋ ਸਾਡੇ ਪ੍ਰਧਾਨ ਮੰਤਰੀ ਜੀ ਤਾਂ ਇਹ ਪ੍ਰਚਾਰ ਕਰਦੇ ਆ ਵੀ ਦੁਨੀਆ ਸਾਡੇ ਮੁਲਕ ਨਾਲ ਦਾ ਕੋਈ ਮੁਲਕ ਨਹੀਂ ਤੇ ਧਾਰਮਿਕ ਸਹਿਣਸ਼ੀਲਤਾ ਜਿਹੜੀ ਆ ਇੱਥੇ ਜਿੰਨੀ ਕਿਤੇ ਵੀ ਨਹੀਂ ਗਈ ਜੀ। ਪਰ ਜੇ ਯੂਨਾਈਟਿਡ ਨੇਸ਼ਨਸ ਜਾਂ ਜਿਹੜਾ ਸੰਯੁਕਤ ਰਾਸ਼ਟਰ ਇਹਦਾ ਨੋਟਿਸ ਲੈਂਦਾ, ਜਾਂ ਸਾਨੂੰ ਕਿਹਾ ਜਾਂਦਾ ਭਾਰਤ ਨੂੰ, ਹਿੰਦੁਸਤਾਨ ਨੂੰ, ਇੰਡੀਆ ਨੂੰ ਵੀ ਭਾਈ ਇਹ ਜਿਹੜੀ ਆ ਨਫ਼ਰਤ ਤੇ ਆਧਾਰਿਤ ਤੇ ਧਾਰਮਿਕ ਵਖਰੇਵਿਆਂ ਤੇ ਆਧਾਰਿਤ ਹਿੰਸਾ ਬੰਦ ਹੋਣੀ, ਤਾਂ ਉਹਦਾ ਕੋਈ ਮਤਲਬ ਆ। ਬਿਲਕੁਲ ਮਤਲਬ ਹੈ। ਦੇਖੋ ਨਾ, ਇੰਟਰਨੈਸ਼ਨਲ ਲੈਵਲ ਤੇ ਪਹਿਲਾਂ ਵੀ ਕਈ ਵਾਰ ਗੱਲ ਹੋ ਚੁੱਕੀ ਹੈ ਕਿ ਭਾਰਤ ਦੇ ਅੰਦਰ ਜੋ ਸਿਆਸਤ ਚੱਲਦੀ ਹੈ ਧਰਮ ਦੇ ਆਧਾਰਿਤ, ਉਹ ਨਾ ਸਿਰਫ ਭਾਰਤ ਦੇ ਵਾਸਤੇ ਖਤਰਨਾਕ ਹੈ, ਬਲਕਿ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਭਾਰਤੀ ਵਸੇ ਹੋਏ ਨੇ ਉਹਨਾਂ ਦੀ ਵੀ ਗਲਤ ਇਮੇਜ ਬਣਦੀ ਹੈ। ਬਿਲਕੁਲ, ਕਿਉਂਕਿ ਭਾਰਤ ਵੀ ਕਈ ਨੇ ਨਾ,
ਇੱਕ ਤਾਂ ਭਾਰਤ ਉਹ ਹੈ ਜਿੱਥੇ ਅਸੀਂ ਰਹਿੰਦੇ ਹਾਂ, ਇੱਕ ਭਾਰਤ ਜਿਹੜਾ ਹੈ ਉਹ ਬਾਹਰ ਵੱਖ-ਵੱਖ ਵਿਦੇਸ਼ਾਂ 'ਚ ਵਸਿਆ ਹੋਇਆ ਭਾਰਤ। ਬਿਲਕੁਲ ਬਿਲਕੁਲ। ਸੋ ਉਹਨਾਂ ਦੀ ਇਮੇਜ ਕੀ ਰਹਿ ਜਾਏਗੀ ਕਿ ਤੁਹਾਡੇ ਮੁਲਕ ਦੇ ਵਿੱਚ ਆਹ ਕੁਛ ਹੁੰਦਾ। ਔਰ ਅਸੀਂ ਇਹ ਜਾਣਦੇ ਹਾਂ ਕਿ ਜਾਣਦੇ ਬੁੱਝਦੇ ਹੋਏ ਇਹ ਲੋਕ ਧਰਮ ਨੂੰ ਇਸਤੇਮਾਲ ਕਰਦੇ ਨੇ। ਹੁਣ ਪਿੱਛੇ ਜੇ ਜੋ ਪੁਲਿਸ ਇੰਸਪੈਕਟਰ ਪਹਿਲਾਂ ਰਹਿ ਚੁੱਕੇ ਨੇ ਬੇਦੀ, ਕਿਰਨ ਬੇਦੀ ਹੋ ਰਹੀ, ਹਾਂਜੀ, ਪੁਲਿਸ ਆਫੀਸਰ IPS, ਉਹਨਾਂ ਨੇ ਵੀ ਕੋਈ ਪੁੱਠਾ ਸਿੱਧਾ ਬਿਆਨ ਦਿੱਤਾ ਸਿੱਖ ਕਮਿਊਨਿਟੀ ਦੇ ਖਿਲਾਫ। ਤੁਸੀਂ ਦੇਖੋ ਆਪ ਵੀ ਇੱਕ ਸਿੱਖ ਫੈਮਿਲੀ ਚੋਂ ਆ, ਨੈਸ਼ਨਲ ਲੈਵਲ ਦੀ ਪਲੇਅਰ ਰਹੇ ਆ ਕਦੀ ਬੈਡਮਿੰਟਨ ਦੇ, ਔਰ ਫਰਸਟ ਪੁਲਿਸ ਆਫੀਸਰ ਸੀ ਜਿਹਨੇ ਮਿਸਿਸ ਇੰਦਰਾ ਗਾਂਧੀ ਜੋ ਭਾਰਤ ਦੇ ਪ੍ਰਾਈਮ ਮਿਨਿਸਟਰ ਗਾਂਧੀ ਕਹਿਣ ਲੱਗ ਪਏ ਸੀ, ਯੈਸ, ਉਹਨਾਂ ਦੀ ਕਾਰ ਦਾ ਚਲਾਨ ਕੀਤਾ ਸੀ ਰੋਂਗ ਪਾਰਕਿੰਗ, ਕਿਉਂਕਿ ਉਹ ਉਦੋਂ ਪ੍ਰਾਈਮ ਮਿਨਿਸਟਰ ਵੀ ਸੀਗੇ। ਉਹ ਪ੍ਰਾਈਮ ਮਿਨਿਸਟਰ ਸੈਕਟਰੀਏਟ ਦੀ ਗੱਡੀ ਸੀਗੀ, ਹੈ ਨਾ ਅਸਲ 'ਚ। ਤੇ ਜਦੋਂ ਉਹ ਚੰਡੀਗੜ੍ਹ ਸੀ ਕਿਸੇ ਦੀ ਪਰਵਾਹ ਨਹੀਂ ਸੀ ਕਰਦੀ ਹੁੰਦੀ, ਕਹਿੰਦੇ ਚੁੱਕ ਕੇ ਲਿਜਾਓ, ਗਲਤ ਪਾਰਕਿੰਗ ਕੀਤੀ ਆ, ਗੱਡੀ ਚੁੱਕ ਕੇ ਉੱਤੇ ਥਾਣੇ ਲਿਜਾਓ, ਹੈ ਨਾ। ਸੋ ਉਹਦੇ ਵੱਲੋਂ ਵੀ ਕਹਿੰਦੇ ਕੋਈ ਉਹ ਬਿਆਨਬਾਜ਼ੀ, ਗਲਤ ਬਿਆਨਬਾਜ਼ੀ ਹੋਈ। ਹਾਲਾਂਕਿ ਤੁਸੀਂ ਜਦੋਂ ਸਿੱਖ ਇਤਿਹਾਸ ਨੂੰ ਨਹੀਂ ਜਾਣਦੇ ਜੀ, ਤੁਸੀਂ ਕੋਈ ਸਟੱਡੀ ਨਹੀਂ ਕੀਤੀ, ਜੇ ਤੁਸੀਂ ਸਟੱਡੀ ਕੀਤੀ ਤਾਂ ਤੁਸੀਂ ਇਦਾਂ ਦਾ ਬਿਆਨ ਨਹੀਂ ਕਰਨਾ। ਬਿਲਕੁਲ ਠੀਕ ਆ। ਦੂਸਰੀ ਗੱਲ ਇਹ ਹੈ ਗੈਰ ਜ਼ਿੰਮੇਵਾਰਾਨਾ ਤੁਸੀਂ ਆਪਣੀ ਬੁੱਕ ਰਿਲੀਜ਼ ਵਾਸਤੇ ਆਏ ਹੋ, ਹਾਂਜੀ, ਤਾਂ ਬੁੱਕ ਰਿਲੀਜ਼ ਕਰੋ ਨਾ ਤੇ ਜਾਓ। ਤੁਸੀਂ ਆਪਣਾ ਟੂ ਦਾ ਪੁਆਇੰਟ ਕਿਉਂ ਨਹੀਂ ਰਹਿੰਦੇ? ਜਿਹੜਾ ਤੁਹਾਡਾ ਪ੍ਰੋਟੋਕੋਲ ਹੈ, ਤੁਸੀਂ ਇਹ ਕਿੱਧਰ ਤੁਰ ਪਏ ਹੋ? ਔਰ ਦੂਜਾ, ਤੁਸੀਂ ਇਹ ਜਾਣਦੇ ਹੋ ਕਿ ਤੁਹਾਡਾ ਇਹ ਬਿਆਨ ਕਿੰਨੀ ਦੂਰ ਤੱਕ ਜਾਏਗਾ। ਔਰ ਭਾਰਤ ਦਾ ਮਾਹੌਲ ਪਹਿਲਾਂ ਹੀ ਬਹੁਤ ਜ਼ਿਆਦਾ ਸੈਂਸਿਟਿਵ ਹੋ ਚੁੱਕਾ ਹੈ। ਔਰ ਪੰਜਾਬ ਦੇ ਵਿੱਚ ਪਿਛਲੇ ਦਿਨੀ ਤੁਸੀਂ ਦੇਖੋ ਕਿੰਨਾ ਜ਼ਿਆਦਾ ਹੋ ਹੱਲਾ ਹੋਇਆ, ਪਟਿਆਲਾ ਦੇ ਵਿੱਚ ਵੀ ਹੋਇਆ। ਬਿਨਸ਼ੱਕ ਸੋ ਇਹ ਸੈਂਸਿਟਿਵ ਪਟਿਆਲਾ, ਮਲੇਰਕੋਟਲਾ, ਹੋਰ ਥਾਵਾਂ ਤੇ, ਕਈ ਥਾਵਾਂ ਤੇ ਹੋਇਆ। ਇਹ ਪਿੱਛੇ ਜੇ ਕੱਲ ਪਰਸੋਂ ਦੀ ਗੱਲ ਹੈ, ਜਦੋਂ ਜਲੰਧਰ ਤੋਂ ਵੋਲਵੋ ਬੱਸਿਸ ਚੱਲੀਆਂ ਨੇ, ਉੱਥੇ ਵੀ ਸਲੋਗਨਸ ਮਿਲੇ ਧਾਰਮਿਕ, ਕੱਲ ਦੀ ਗੱਲ ਆ, ਲਿਖੇ ਹੋਏ ਮਿਲੇ, ਖਾਲਿਸਤਾਨ ਜਿੰਦਾਬਾਦ ਲਿਖਿਆ ਹੋਇਆ ਮਿਲਿਆ। ਹਾਲਾਂਕਿ ਆਪਾਂ ਜਾਣਦੇ ਹਾਂ ਵੀ ਸ਼ਰਾਰਤੀ ਅਨਸਰਾਂ ਦਾ ਕੰਮ ਆ। ਬਿਲਕੁਲ ਸਹੀ ਗੱਲ ਹੈ। ਔਰ ਐਸੇ ਮੌਕੇ ਤੇ ਇੱਕ ਰਿਸਪੌਂਸਿਬਲ ਬੰਦਾ IPS ਆਫੀਸਰ ਰਹਿ ਚੁੱਕਾ ਹੋਵੇ, ਔਰ ਜਿਹਨੇ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੋਣਾਂ ਦੇ ਵਿੱਚ ਵੀ ਦਖਲ ਦਿੱਤਾ ਹੋਵੇ, ਬਿਲਕੁਲ, ਔਰ ਅੰਦੋਲਨ ਵੀ ਚਲਾਇਆ ਹੋਵੇ ਅੰਨਾ ਹਜ਼ਾਰੇ ਨਾਲ, ਉਹ ਇਹੋ ਜਿਹੇ ਜਾਣੀ ਕਿ ਇਹੋ ਜਿਹੀ ਬਿਆਨਬਾਜ਼ੀ, ਇੱਕ ਪੜ੍ਹਿਆ ਲਿਖਿਆ ਉਸ ਲੈਵਲ ਦਾ ਬੰਦਾ ਇਮੈਚੁਰ ਕਰੇ ਤਾਂ ਬਿਲਕੁਲ ਉਹ ਕੋਈ ਸਿਆਣਪ ਦਾ ਸਬੂਤ ਨਹੀਂ ਦਿੱਤਾ ਹੈਗਾ, ਹੈ ਨਾ। ਹੁਣ ਇਹ ਕਿੱਥੇ ਤੱਕ ਜਾਏਗਾ, ਮਾਈਲੇਜ ਕੁਝ ਨਹੀਂ ਪਤਾ। ਉਧਰੋਂ ਜੋ BJP ਦੇ ਦੋਵੇਂ ਪ੍ਰਵਕਤਾ ਨੇ, ਠੀਕ ਹੈ, ਉਹਨਾਂ ਨੂੰ ਆਊਟ ਆਫ ਪਾਰਟੀ ਕਰ ਦਿੱਤਾ ਗਿਆ, ਪਰ ਫਿਰ ਵੀ ਜੋ ਗੱਲ ਹੋ ਗਈ ਹੈ, ਜੋ ਗੱਲ ਕਹਿ ਦਿੱਤੀ ਗਈ ਹੈ, ਉਹਦਾ ਅਸਰ ਕਿੱਥੇ ਤੱਕ ਜਾਂਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਦੇਸ਼ ਦੇ ਵਿੱਚ ਨਾ ਬੜੀਆਂ ਅਜੀਬੋ ਗਰੀਬ ਇਸ ਵੇਲੇ ਹਾਲਾਤ ਪੈਦਾ ਹੋਏ ਆ। ਮਸਲਨ ਦੇਖੋ, ਹਰ ਸਰਕਾਰ ਜਿਹੜੀ ਨਵੀਂ ਬਣਦੀ ਹੈ ਨਾ, ਉਹ ਪੁਰਾਣੇ ਹਾਕਮਾਂ ਦਾ ਕੋਈ ਨਾ ਕੋਈ ਕੱਚਾ ਚੱਠਾ ਫਰੋਲਦੀ ਆ। ਬਿਲਕੁਲ ਹੈ। ਜਿਹਨੂੰ ਆਪਾਂ ਆਮ ਤੌਰ ਤੇ ਕਹਿ ਦਿੰਦੇ ਆ ਵੀ ਪੋਲੀਟੀਕਲ ਵੈਂਡੇਟਾ ਜੀ, ਇਹ ਤਾਂ ਸਿਆਸੀ ਖਹਿਬਾਜ਼ੀ, ਸਿਆਸੀ ਕਿਹੜਾ ਕੱਢ ਰਹੇ ਆ, ਹੈ ਨਾ। ਬਿਲਕੁਲ। ਹੁਣ ਨੈਸ਼ਨਲ ਹੈਰਾਲਡ ਅਖਬਾਰ ਵਾਲਾ ਰੌਲਾ ਆ ਵੀ ਉਹ 'ਚ ਮਨੀ ਲਾਂਡਰਿੰਗ ਹੋਈ, ਆ ਹੋਇਆ, ਉਹ ਹੋਇਆ, ਹੈ ਨਾ। ਤੇ ਰਾਹੁਲ ਗਾਂਧੀ ਨੂੰ ਚੌਥੀ ਵਾਰੀ ਫੇਰ ਸੱਦ ਲਿਆ ਹੈਗਾ। ਰੋਜ਼ 8-8, 10-10 ਘੰਟੇ, 6-6 ਘੰਟੇ ਉਹਦੀ ਪੇਸ਼ੀ ਹੁੰਦੀ, ਗ੍ਰਿਲਿੰਗ ਹੋ ਰਹੀ ਆ, ਪੇਸ਼ੀ ਹੋ ਰਹੀ ਆ। ਫਿਰ ਹੋਰ ਤਾਂ ਹੋਰ ਵੀ ਕਾਂਗਰਸ ਹੈੱਡਕੁਆਟਰ 'ਚ ਦਿੱਲੀ, ਹਾਂਜੀ, ਕੱਲ ਦਿੱਲੀ ਪੁਲਿਸ ਦਾਖਲ ਹੁੰਦੀ ਆ, ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਕੁੱਟਦੀ ਆ, ਵਰਕਰਾਂ ਨੂੰ ਕੁੱਟਦੀ ਆ, ਖਦੇੜਦੀ ਆ, ਉਹ ਜਿਹੜੇ ਮੁਜ਼ਾਹਰਾਕਾਰੀ ਆ, ਹੈ ਨਾ, ਵੀ ਜਿਹੜਾ ਰਾਹੁਲ ਦੇ ਹੱਕ ਦੇ ਵਿੱਚ ਮੁਜ਼ਾਹਰੇ ਕਰ ਰਹੇ ਆ। ਦੇਖੋ, ਇਹ ਤਾਂ ਫਿਰ ਜ਼ੁਲਮ ਦੀ ਹੱਦ ਆ ਨਾ। ਬਿਲਕੁਲ ਸਰ। ਔਰ ਤੁਸੀਂ ਹਰ ਇੱਕ ਨੂੰ ਮੁਜ਼ਾਹਰਾ ਕਰਨ ਦਾ, ਸ਼ਾਂਤੀਪੂਰਨ ਮੁਜ਼ਾਹਰਾ ਕਰਨ ਦਾ ਹੱਕ ਆ, ਹੈ ਨਾ। ਤਾਂ ਜਿਹੜੇ ਰਾਹੁਲ ਗਾਂਧੀ ਆ, ਉਹਨਾਂ ਦੇ ਨੈਸ਼ਨਲ ਲੀਡਰ ਆ, ਹੈ ਨਾ, ਆਗੂ ਆ। ਫਿਰ ਇੱਕ ਹੋਰ ਗੱਲ ਜਿਹੜੀ ਕੱਲ ਬਹੁਤ ਜਿਹਦੀ ਚਰਚਾ ਆ, ਵੀ ਸਿਮਰਨਜੀਤ ਸਿੰਘ ਮਾਨ, ਆਪਾਂ ਸਾਰੇ ਜਾਣਦੇ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ, MP ਵੀ ਰਹਿ ਚੁੱਕੇ ਆ, ਅਸੂਲਾਂ ਵਾਲੇ ਬੰਦੇ ਆ, ਖੱਬੇ ਗਰਮ ਖਿਆਲੀ ਕਹਿ ਲਓ, ਗਰਮ ਖਿਆਲੀ ਸਿੱਖ ਆ, ਹੈ ਨਾ। ਪਰ ਕੱਲ ਉਹਨਾਂ ਨੇ ਇੱਕ ਬੜਾ ਹੈਰਾਨਕੁਨ ਬਿਆਨ ਦਿੱਤਾ, ਜਿਹੜਾ ਸਿਆਸੀ ਹਲਕਿਆਂ ਦੇ ਵਿੱਚ ਜਿਹਦੇ ਤੇ ਬਹੁਤ ਜ਼ਿਆਦਾ ਜਾਣੀ ਕਿ ਤਵੱਜੋ ਦਿੱਤੀ ਗਈ, ਹੈ ਨਾ, ਤੇ ਵਿੱਚ ਸਿੱਖ ਹਲਕਿਆਂ ਨੇ ਵਿਰੋਧ ਵੀ ਕੀਤਾ ਜੀ। ਉਹ ਕਹਿੰਦਾ ਵੀ ਕਾਂਗਰਸ ਨਾਲ ਮੇਰਾ ਕੋਈ ਲਾਗਾ ਦੇਗਾ ਨਹੀਂ, ਮੈਂ ਕੁਛ ਲੈਣਾ ਦੇਣਾ ਨਹੀਂ। ਪਰ ਜੋ ਕੁਛ ਇਸ ਵੇਲੇ ਰਾਹੁਲ ਗਾਂਧੀ ਦੇ ਨਾਲ ਹੋ ਰਿਹਾ, ਉਹ ਸਰਾਸਰ ਨਾਇਨਸਾਫੀ ਆ, ਉਹਦੇ ਤੇ ਜ਼ੁਲਮ ਢਾਇਆ ਜਾ ਰਿਹਾ, ਉਹਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ, ਉਹਦੀ ਜਿਹੜਾ ਬਲੱਡ ਪ੍ਰੈਸ਼ਰ ਆ, ਖੂਨ ਦਾ ਦਬਾਅ ਵਧਿਆ ਹੋਇਆ ਹੈਗਾ, ਔਰ ਉਹ ਬਿਮਾਰ ਕਰਨ, ਮਤਲਬ ਉਹਨੂੰ ਬਿਮਾਰ ਕੀਤਾ ਜਾ ਰਿਹਾ ਹੈਗਾ। ਤੇ ਉਹ ਕਹਿੰਦਾ ਵੀ ਮੈਂ ਇਹਦੀ ਨਿਖੇਧੀ ਕਰਦਾ, ਸਿਮਰਜੀਤ ਸਿੰਘ ਮਾਨ ਹੋਰੀ ਕਹਿੰਦੇ। ਤਾਂ ਦੂਸਰਾ ਕਹਿੰਦੇ ਵੀ ਦਿੱਲੀ 'ਚ ਜਿਹੜੀਆਂ ਮਨੁੱਖੀ ਅਧਿਕਾਰ ਜਥੇ ਦੀ ਮਤਲਬ ਰੱਖਿਆ ਲਈ ਜਥੇਬੰਦੀਆਂ ਹੈਗੀਆਂ, ਉਹ ਕਿੱਥੇ ਗਈਆਂ, ਉਹ ਇਸ ਵੇਲੇ ਕੀ ਕਰ ਰਹੀਆਂ।
ਸੋ ਇਹ ਜਿਹੜਾ ਨੈਸ਼ਨਲ ਹੈਰਲਡ ਨਾਲ ਜੁੜੀ ਘਟਨਾ ਆ ਉਹ ਤਾਂ ਚਲੋ ਉਹ ਈਡੀ ਆਪਣਾ ਕੰਮ ਕਰ ਰਿਹਾ ਹੈ ਨਾ। ਆਮ ਤੌਰ ਤੇ ਸਰਕਾਰਾਂ ਇਦਾਂ ਹੀ ਕਹਿੰਦੀਆਂ ਹੁੰਦੀਆਂ ਵੀ ਕਾਨੂੰਨ ਆਪਣਾ ਕੰਮ ਕਰ ਰਿਹਾ। ਕਾਨੂੰਨ ਜਿਹੜਾ ਉਹ ਸਰਕਾਰਾਂ ਜਿਹੜੀਆਂ ਆ ਉਹ ਕਾਨੂੰਨ ਦੇ ਸਿਰ ਤੇ ਹੀ ਰਾਜ ਕਰਦੀਆਂ ਬਿਲਕੁਲ ਜੀ। ਸੁਬਰਾਮਨੀਅਮ ਸਵਾਮੀ ਜਿਹੜੇ ਹੈਗੇ ਨੇ ਲੀਡਰ ਬੀਜੇਪੀ ਦੇ ਜੀ, ਉਹਨਾਂ ਨੇ ਕੇਸ ਦਾਇਰ ਕੀਤਾ ਸੀ ਬਿਲਕੁਲ, ਔਰ ਰਾਹੁਲ ਗਾਂਧੀ ਉਹਦੇ ਵਿੱਚ ਫਸੇ ਹੋਏ ਨੇ, ਔਰ ਐਨਫੋਰਸਮੈਂਟ ਡਾਇਰੈਕਟੋਰੇਟ ਲਗਾਤਾਰ, ਕਿਉਂਕਿ ਕਾਫੀ ਪੁਰਾਣਾ ਹੈ, ਕਾਫੀ ਜ਼ਿਆਦਾ ਤਹਿਕੀਕਾਤ ਵਿੱਚ ਲੱਗੇ ਹੋਏ ਨੇ, 3-4 ਦਿਨ ਤੋਂ ਕੁਝ ਜ਼ਿਆਦਾ ਹੀ ਡਰਿਲਿੰਗ ਹੋ ਰਹੀ ਆ। ਔਰ ਮਾਨ ਸਾਹਿਬ ਵੀ ਇੱਕ ਐਂਗਲ ਨਾਲ ਠੀਕ ਕਹਿੰਦੇ ਨੇ। ਹੁਣ ਜੇ ਇਹਨਾਂ ਨੂੰ ਏਜੰਸੀਆਂ ਨੂੰ ਪੁੱਛਿਆ ਜਾਵੇਗਾ, ਕਹਿਣਗੇ ਜੀ ਡਰਿਲਿੰਗ ਨਹੀਂ ਕਵਾਂਗੇ ਤੇ ਫਿਰ ਸੱਚਾਈ ਕਿਵੇਂ ਬਾਹਰ ਆਏਗੀ, ਉਹ ਆਪਣੀ ਗੱਲ ਕਰਨਗੇ। ਖੈਰ, ਮਾਹੌਲ ਤੁਹਾਡੇ ਮੁਤਾਬਿਕ ਬਿਲਕੁਲ ਸਹੀ ਗੱਲ ਹੈ ਕਿ ਮਾਹੌਲ ਬੜਾ ਅਜੀਬ ਜਿਹਾ ਹੈ। ਘਟਨਾਵਾਂ ਵਾਪਰ ਰਹੀਆਂ ਨੇ, ਉੱਪਰੋਂ ਦੇਖਣ ਨੂੰ ਸਭ ਸਹੀ ਵੀ ਲੱਗਦਾ, ਪਰ ਅੰਦਰ ਖਾਤੇ ਜਦੋਂ ਦੇਖਿਆ ਤੇ ਲੱਗਦਾ ਕਿ ਕੋਈ ਕਿਸੇ ਦੇ ਪਿੱਛੇ ਪਿਆ, ਕੋਈ ਕਿਸੇ ਨੂੰ ਖਿੱਚਣ ਲੱਗਾ ਪਿਆ ਬਿਲਕੁਲ, ਔਰ ਉੱਥੇ ਕੁਝ ਵੀ ਨਿਆਂਪੂਰਨ ਨਹੀਂ ਲੱਗਦਾ ਜੀ। ਪਰ ਗੱਲ ਫਿਰ ਨਿਆਂ ਦੀ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਹਰ ਇੱਕ ਬੰਦਾ ਜਸਟੀਫਿਕੇਸ਼ਨ ਦੇ ਰਿਹਾ ਕਿ ਮੈਂ ਕਿਉਂ ਕਰ ਰਿਹਾ, ਫਿਰ ਲੱਗਦਾ ਵੀ ਨਿਆਂ ਹੋ ਰਿਹਾ। ਆ ਪੰਜਾਬ 'ਚ ਹੁਣ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਸਾਧੂ ਸਿੰਘ ਧਰਮਸੋਤ ਵਾਲੇ ਮਸਲੇ ਦੇ ਵਿੱਚ ਤੁਸੀਂ ਗੱਲ ਕਰਦੇ ਸੀਗੇ ਬਿਲਕੁਲ ਜੀ, ਜਿਸ ਇਲਾਕੇ ਦੇ ਵਿੱਚ ਉਹਨਾਂ ਦਾ ਰਾਜ ਚੱਲਦਾ ਸੀ, ਹੁਣ ਉਸੇ ਇਲਾਕੇ ਦੀ ਜੇਲ੍ਹ ਦੇ ਵਿੱਚ ਉਹ ਉੱਥੇ ਬੈਠੇ ਹੋਏ ਬਿਲਕੁਲ ਬਿਲਕੁਲ, ਜਿੱਥੇ ਤੂਤੀ ਬੋਲਦੀ ਸੀ ਉਹਨਾਂ ਦੀ, ਤਾਂ ਜਿੱਥੇ ਮਤਲਬ ਕੋਈ ਖੰਗਦਾ ਨਹੀਂ ਸੀ, ਉਹਨਾਂ ਨੂੰ ਪਿੱਛੇ ਹੁਕਮ ਚੱਲਦਾ ਸੀ ਹੈ ਨਾ। ਸੋ ਦੇਖੋ ਹੁਣ ਜੇਲ੍ਹ 'ਚ ਬੈਠੇ ਨੇ ਸਮਾਂ ਬਿਲਕੁਲ, ਔਰ ਜਾਂਚ ਕਈ ਮਾਮਲਿਆਂ ਦੇ ਵਿੱਚ ਜਾਂਚ ਚੱਲ ਰਹੀ ਆ। ਵਜ਼ੀਫਾ ਘਟਾਲਾ ਉਹ ਵੀ ਚੱਲ ਰਹੀ, ਜੰਗਲਾਤ ਦੇ ਵਿੱਚ ਵੱਡੇ ਪੱਧਰ ਤੇ ਉਹ ਕੋਈ ਕਿਸੇ ਪੁਲਿਸ ਵਾਲੇ ਨੂੰ ਕਹਿੰਦਾ ਵੀ ਨਹੀਂ ਯਾਰ ਤੁਸੀਂ ਰਿਸ਼ਵਤ ਲੈਂਦੇ ਹੋ, ਉਹ ਕਹਿੰਦਾ ਯਾਰ ਅਸੀਂ ਰਿਸ਼ਵਤ ਅੱਛਾ ਲੈਂਦੇ ਹੋਣੇ ਆ, ਕਹਿੰਦਾ ਸਾਡਾ ਤਾਂ 13ਵਾਂ ਨੰਬਰ ਆ, ਕਹਿੰਦਾ ਰਿਸ਼ਵਤਖੋਰੀ 'ਚ। ਅੱਛਾ, ਕਹਿੰਦਾ ਨੰਬਰ 1 ਤੇ ਤਾਂ ਜੰਗਲਾਤ ਵਾਲੇ ਆਉਂਦੇ ਆ, ਫਿਰ ਏਦਾਂ ਘੁੰਮਦਾ ਫਿਰ ਮਹਿਕਮਾ ਮਾਲ ਆਉਂਦਾ, ਫਿਰ ਢਿਮਕਾ ਆਉਂਦਾ, ਫਿਰ ਨਹਿਰੀ ਮਹਿਕਮਾ ਆਉਂਦਾ, ਕਹਿੰਦਾ ਸਾਡਾ ਤਾਂ ਨੰਬਰ ਹੀ 13ਵਾਂ ਆ। ਕਹਿੰਦਾ ਮਤਲਬ ਸਾਰੇ ਮਹਿਕਮਿਆਂ 'ਚ ਚੱਲਦਾ ਪਿਆ, ਸਾਰੇ ਮਹਿਕਮਿਆਂ 'ਚ ਚੱਲਦਾ ਪਿਆ। ਸੋ ਮਹਿਕਮਾ ਜੰਗਲਾਤ ਸੀ ਭਾਈ ਸਾਧੂ ਸਿੰਘ ਧਰਮਸੋਤ ਹੋਣਾ ਕੋਲ, ਪਹਿਲਾਂ ਵੀ ਵਿਵਾਦਾਂ ਦੇ ਵਿੱਚ ਘਿਰਦੇ ਰਹੇ ਆ। ਜਦੋਂ ਤਾਜ਼ੇ ਐਮਐਲਏ ਬਣੇ ਸੀਗੇ, ਆਪਣੇ ਕੋਈ ਮਿੱਤਰ ਪਿਆਰੇ ਸੱਦ ਲਏ ਉੱਥੇ ਐਮਐਲਏ ਹੋਸਟਲ, ਉਹ ਤੋਂ ਵੀ ਰੌਲਾ ਪਿਆ ਸੀਗਾ ਬਈ ਐਮਐਲਏ ਆ ਤੇ ਕੀ ਕੰਮ ਕਰ ਰਹੇ ਆ, ਹੈ ਨਾ। ਪਤਾ ਨਹੀਂ, ਕਈ ਵਾਰ ਲੱਗਦਾ ਕਿ ਸ਼ਾਇਦ ਨੈਸ਼ਨਲ ਕਰੈਕਟਰ ਸਾਡਾ ਵੀਕ ਹੋ ਗਿਆ ਜੀ। ਸਾਨੂੰ ਦੇਸ਼ ਦੀ ਪਰਵਾਹ ਨਹੀਂ, ਦੇਸ਼ ਦੇ ਲੋਕਾਂ ਦੀ ਪਰਵਾਹ ਨਹੀਂ, ਜਿਹੜੇ ਲੋਕ ਸਾਨੂੰ ਵੋਟਾਂ ਦੇ ਕੇ ਅਹੁਦਿਆਂ ਤੇ ਬਿਠਾਉਂਦੇ ਨੇ ਉਹਨਾਂ ਦੀ ਪਰਵਾਹ ਨਹੀਂ, ਸਾਨੂੰ ਕਿਤੇ ਨਾ ਕਿਤੇ ਜਾ ਕੇ ਸਿਰਫ ਆਪਣੀ ਪਰਵਾਹ ਰਹਿ ਜਾਂਦੀ ਆ। ਬਿਲਕੁਲ ਬਿਲਕੁਲ। ਤੇ ਜਿਹੜੇ ਇਹ ਸਾਥੀ ਸਾਹਿਬ ਇਮਾਨਦਾਰ ਬੰਦੇ ਹੁੰਦੇ ਨੇ ਨਾ ਕਿਸੇ ਵੀ ਪਾਰਟੀ ਦੇ ਅੰਦਰ, ਉਹ ਤਾਂ ਲੱਗਦਾ ਜਿਵੇਂ ਸ਼ੋਅ ਪੀਸ ਹੁੰਦੇ ਨੇ ਦਿਖਾਉਣ ਵਾਸਤੇ ਕਿ ਦੇਖੋ ਸਾਡੇ ਕੋਲ ਇਮਾਨਦਾਰ ਆਦਮੀ ਹੈ। ਉਹ ਤਾਂ ਇੱਕ ਆਈਕਨ ਬਣਾ ਕੇ ਪੇਸ਼ ਕੀਤੇ ਜਾਂਦੇ ਵੀ ਸਾਡੇ ਕੋਲ ਆ ਫਲਾਣਾ ਬੰਦਾ ਹੈਗਾ, ਤੇ ਬਾਕੀ ਇਸ ਕਰਕੇ ਅਸੀਂ ਸਾਰੇ ਇਮਾਨਦਾਰ ਹਾਂ, ਜਦ ਕਿ ਗੱਲ ਇਹਦੇ ਉਲਟ ਹੁੰਦੀ ਹੈ। ਗੱਲ ਇਹ ਹੁੰਦੀ ਹੈ ਕਿ ਜਿਹੜੇ ਅੰਦਰ ਕਮਾਊ ਪੁੱਤ ਹੈਗੇ ਨੇ, ਪਾਵਰ ਉਹਨਾਂ ਕੋਲ ਹੀ ਹੁੰਦੀ ਹੈ, ਜਿਹੜੇ ਕਮਾ ਕੇ ਦੇ ਸਕਦੇ ਨੇ। ਬਿਲਕੁਲ, ਬਾਕੀ ਤੇ ਬਿਠਾਏ ਹੋਏ ਨੇ ਬਸ। ਦੇਖੋ ਦੂਸਰਾ ਇਹ ਆ ਵੀ ਹਰੇਕ ਮਹਿਕਮੇ ਨੂੰ ਨਾ ਆਪਾਂ ਜਨਰਲਾਈਜੇਸ਼ਨ ਨਹੀਂ ਕਰ ਸਕਦੇ ਵੀ ਜਿੱਦਾਂ ਕਾਲੀਆਂ ਭੇਡਾਂ ਹਰ ਪਾਸੇ ਹੈਗੀਆਂ, ਉਹ ਚਾਹੇ ਜਿਹੜਾ ਮਰਜ਼ੀ ਮਹਿਕਮਾ ਲੈ ਲਓ, ਜਿਹੜਾ ਮਰਜ਼ੀ ਵਿਭਾਗ ਲੈ ਲਓ, ਸਾਫ਼ ਸੁਥਰੇ ਅਕਸ ਵਾਲੇ ਲੋਕ ਵੀ ਹੈਗੇ ਆ, ਬਿਲਕੁਲ 100% ਇਮਾਨਦਾਰ ਲੋਕ ਵੀ ਆ। ਮੈਂ ਇਹੋ ਜਿਹੇ ਕਈ ਅਫਸਰਾਂ ਨੂੰ ਜਾਣਦਾ, ਸਿਵਲ ਦਿਆਂ ਨੂੰ, ਆਪਣੇ ਪੁਲਿਸ ਵਾਲਿਆਂ ਨੂੰ, ਵੀ ਜਿਹੜੇ ਚਾਹ ਵੀ ਆਪਣੀ ਘਰੋਂ ਥਰਮਸ ਵਿੱਚ ਪਾ ਕੇ ਲੈ ਜਾਂਦੇ ਤੇ ਆਪਣਾ ਜਿਹੜਾ ਟਿਫਨ ਚੱਕਿਆ ਹੁੰਦਾ। ਸਾਰਿਆਂ ਨੂੰ ਇੱਕੋ ਰਸੇ ਨਹੀਂ ਨਾ ਬਣ ਸਕਦੇ, ਸਾਰਿਆਂ ਨੂੰ ਇੱਕੋ ਰਸੇ ਨਹੀਂ ਹੁੰਦੇ ਨੇ, ਪੰਜੋਂ ਉਂਗਲਾਂ ਬਰਾਬਰ ਨਹੀਂ। ਬਿਲਕੁਲ ਬਿਲਕੁਲ। ਇੱਕ IAS ਆਫੀਸਰ ਸੀ, ਸਰਕਾਰਾਂ ਕਿਉਂਕਿ ਉਹ ਇਮਾਨਦਾਰ ਸੀ ਉਹਨੂੰ ਖੁੱਡੇ ਲੈਣ ਲਾ ਕੇ ਰੱਖਦੀਆਂ ਸੀ। ਉਹ ਕਹਿੰਦੇ ਬਈ ਮੈਨੂੰ ਸੱਚੀ ਮਿਲਣਾ ਹੋਵੇ ਤਾਂ ਸਦਾ ਸੈਕਟਰੀਏਟ ਹੀ ਮਿਲਣਾ, ਵੀ ਮੇਰੀ ਤਖਤੀ ਇੱਕ ਨਹੀਂ ਤਾਂ ਦੂਸਰੇ ਕਮਰੇ ਦੇ ਬਾਹਰ ਟੰਗੀ ਹੋਊਗੀ, ਕਿਉਂਕਿ ਮੈਨੂੰ ਫੀਲਡ ਵਿੱਚ ਤਾਂ ਕਿਤੇ ਲਾਉਣਾ ਨਹੀਂ ਇਹਨਾਂ ਨੇ, ਹੈ ਨਾ। ਤੇ ਸਿਵਲ ਸਰਵੈਂਟ ਸੀਗੇ, ਤਾਂ ਉਹ ਸੋ ਕਹਿਣ ਦਾ ਭਾਵ ਆ ਭਈ ਇਮਾਨਦਾਰ ਜਿਹੜੇ ਉਹ ਖੁੱਡੇ ਲਾ ਕੇ ਰੱਖੇ ਜਾਂਦੇ। ਤੁਸੀਂ ਦੇਖਦੇ ਆ ਵੀ ਥਾਣੇਦਾਰ ਉਹੋ ਹੀ ਥਾਣੇਦਾਰ ਲੱਗ ਰਹੇ ਮੁੜ ਕੇ, ਉਹੋ ਹੀ ਬੰਦੇ DSP ਲੱਗ ਰਹੇ, ਉਹੋ ਹੀ SSP ਲੱਗ ਰਹੇ ਆ, ਬਾਕੀ ਜਿਹੜੇ ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਮਜ਼ਾਕ ਬਣਾਇਆ ਹੋਇਆ ਹੈ ਕਿ ਕਿਸੇ ਮਿਊਜ਼ੀਅਮ ਦੇ ਵਿੱਚ ਨਾ ਇੱਕ ਬੰਦਾ ਖੜਾ ਕੀਤਾ ਹੋਇਆ ਸ਼ੀਸ਼ਿਆਂ ਵਾਲੇ ਕਮਰੇ 'ਚ, ਕਹਿੰਦੇ ਇਹ ਕੀ, ਕਹਿੰਦੇ ਇਮਾਨਦਾਰ ਆਦਮੀ ਹੈ। ਕਹਿੰਦਾ ਅੱਛਾ, ਇਹਦੀ ਕੀ ਖੂਬੀ ਹੈ? ਕਹਿੰਦੇ ਆਪਣੀ ਤਨਖਾਹ 'ਤੇ ਗੁਜ਼ਾਰਾ ਕਰਦਾ ਹੈ, ਉੱਪਰੋਂ ਕੁਝ ਨਹੀਂ ਲੈਂਦਾ, ਕਿਸੇ ਤੋਂ ਕੋਈ ਮਦਦ ਨਹੀਂ ਲੈਂਦਾ, ਜਿਵੇਂ ਵੀ ਰੁੱਖੀ ਮਿੱਸੀ ਖਾ ਕੇ ਆਪਣਾ ਗੁਜ਼ਾਰਾ ਕਰਦਾ। ਕਹਿੰਦਾ ਕਿੰਨਾ ਬੈਕਵਰਡ ਹੈ ਯਾਰ, ਇਦਾਂ ਦੇ ਬੰਦੇ ਹੁੰਦੇ ਸੀ? ਕਹਿੰਦਾ ਹਾਂਜੀ ਹੁੰਦੇ ਸੀ, ਕਹਿੰਦਾ ਤਾਂ ਹੀ ਮਿਊਜ਼ੀਅਮ 'ਚ ਰੱਖਿਆ ਗਿਆ ਜੀ। ਕਹਿੰਦੇ ਕਿ ਜੇ ਮੁੱਦਾ ਇਹ ਹੋਵੇ ਕਿ ਰਿਸ਼ਵਤਖੋਰੀ ਬੇਈਮਾਨੀ ਖਤਮ ਕਰ ਦਿੱਤੀ ਜਾਵੇ ਜੀ, ਕਹਿੰਦਾ ਨਹੀਂ, ਰਿਸ਼ਵਤਖੋਰੀ ਤਾਂ ਸਗੋਂ ਜ਼ਿਆਦਾ ਹੋਣੀ ਚਾਹੀਦੀ ਹੈ, ਸਾਰਿਆਂ ਨੂੰ ਰਿਸ਼ਵਤਖੋਰ ਹੋਣਾ ਚਾਹੀਦਾ। ਕਹਿੰਦੇ ਕਿਉਂ?
ਕਹਿੰਦਾ ਦੇਖੋ ਨਾ ਸਭ ਦੀ ਅਲੱਗ-ਅਲੱਗ ਵਿਚਾਰਧਾਰਾ ਹੈ, ਸਾਰੀਆਂ ਪਾਰਟੀਆਂ ਦੀ ਅਲੱਗ-ਅਲੱਗ ਵਿਚਾਰਧਾਰਾ, ਉਹ ਇਸ ਅਲੱਗ-ਅਲੱਗ ਵਿਚਾਰਧਾਰਾ ਟਕਰਾਓ ਪੈਦਾ ਹੁੰਦਾ ਹੈ। ਪਰ ਜੇ ਸਾਰੇ ਬੇਈਮਾਨ ਹੋ ਕੇ ਰਿਸ਼ਵਤਖੋਰ ਹੋ ਜਾਣ, ਸਾਰਿਆਂ ਦੀ ਭਾਵਨਾ ਇੱਕੋ ਹੋ ਜਾਏਗੀ ਨਾ, ਵਿਚਾਰ ਇੱਕੋ ਹੋ ਜਾਣਗੇ, ਫਿਰ ਟਕਰਾਅ ਬੰਦ ਹੋ ਜਾਏਗਾ। ਸੋ ਵੈਸੇ ਵੀ ਦੇਖਿਆ ਜਾਵੇ ਜਿਹੜਾ ਇਮਾਨਦਾਰੀ ਨਾਲ ਧੰਦਾ ਹੁੰਦਾ ਉਹ ਰਿਸ਼ਵਤਖੋਰੀ ਦਾ ਹੀ ਹੁੰਦਾ ਪਿਆ ਸਾਡੇ ਮੁਲਕ ਦੇ ਅੰਦਰ। ਬਾਕੀ ਤੇ ਸਾਰੇ ਧੰਦੇ ਐਵੇਂ ਹੀ ਨੇ, ਬਾਕੀ ਸਾਰੇ ਐਵੇਂ ਕਿਵੇਂ ਦੇ ਧੰਦੇ ਆ, ਮੁੱਦੇ ਹੀ ਬਣੇ ਹੋਏ ਨੇ। ਬਿਲਕੁਲ। ਸੋ ਮੁੱਦੇ ਖਤਮ ਨਹੀਂ ਹੋਣਗੇ ਕਿਉਂਕਿ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਇਸ਼ੂ ਬੇਸਡ ਪੋਲਿਟਿਕਸ ਹੈ। ਕੱਲ ਜਿਹੜੇ ਆਪ ਦੇ ਸੁਪਰੀਮੋ ਆ ਕੇਜਰੀਵਾਲ ਸਾਹਿਬ ਜੀ ਕੱਲ ਜਲੰਧਰ ਹੀ ਸੀਗੇ, ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿੱਤੀ ਆ ਦਿੱਲੀ ਹਵਾਈ ਅੱਡੇ ਲਈ। ਔਰ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਆ ਪੰਜਾਬ ਦੇ, ਉਹਨਾਂ ਨੇ ਦੋ ਗੱਲਾਂ ਕੀਤੀਆਂ। ਇੱਕ ਤਾਂ ਕਹਿੰਦੇ ਭਈ ਪੰਜਾਬ ਦੀ ਧਰਤੀ ਨੂੰ ਗੈਂਗਸਟਰਾਂ ਤੋਂ ਮੁਕਤ ਕਰਾਂਗੇ ਕੇਜਰੀਵਾਲ ਸਾਹਿਬ। ਬਿਲਕੁਲ ਸਰ, ਬਿਲਕੁਲ। ਤੇ ਉਹ ਕਹਿੰਦੇ ਭਈ ਪਹਿਲੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹਨਾਂ ਦੇ ਪਾਲੇ ਹੋਏ ਆ ਤੇ ਉਹੀ ਪੁਸ਼ਤਪਨਾਹੀ ਕਰਦੇ ਰਹੇ ਆ। ਭਈ ਭਗਵੰਤ ਮਾਨ ਕਹਿੰਦੇ ਨਾਲ ਨਹੀਂ ਸੀ ਲੈ ਕੇ ਆਇਆ ਸੱਤਾ ਸੰਭਾਲਣ ਵੇਲੇ ਗੈਂਗਸਟਰ। ਇੱਕ ਤਾਂ ਉਹਨਾਂ ਨੇ ਉਹ ਗੱਲ ਕੀਤੀ ਜਿਹਦੇ ਤੇ ਗੌਰ ਕਰਨੀ ਬਣਦੀ ਆ। ਦੂਸਰਾ ਕਹਿੰਦੇ ਭਈ ਉਹਨਾਂ ਨੇ ਦਾਅਵਾ ਕੀਤਾ ਵੀ ਭ੍ਰਿਸ਼ਟਾਚਾਰ ਪੰਜਾਬ 'ਚੋਂ ਖਤਮ ਹੋ ਗਿਆ। ਔਰ ਉਹ ਕਹਿੰਦੇ ਆ ਵੀ ਜਿਹੜਾ ਅਸੀਂ ਇੱਕ ਮੰਤਰੀ ਦੇਖੋ ਫੜ ਕੇ ਸਾਬਕਾ ਜਿਹੜਾ ਉਹ ਅੰਦਰ ਦੇਤਾ, ਦੂਸਰਾ ਭਗੌੜਾ ਹੋਇਆ ਫਿਰਦਾ ਸੰਗਤ ਸਿੰਘ ਗਿਲਜੀਆਂ ਹੋਣੀ ਜੀ। ਤੇ ਕਈ ਜਿਹੜੇ ਪੰਜਾਬ ਦੇ 3 ਦਰਜਨ ਤੋਂ ਵੱਧ ਕਾਂਗਰਸੀ ਆਗੂ ਜਿਹੜੇ ਨੇ, ਕੋਈ ਮੰਤਰੀ ਆ, ਕੋਈ MLA ਆ, ਕੋਈ ਕੁਛ ਆ, ਕੋਈ ਜ਼ਿਲ੍ਹਾ ਪ੍ਰਧਾਨ ਆ, ਉਹਨਾਂ ਤੇ ਜਿਹੜੀ ਜਾਂਚ ਦੀ ਤਲਵਾਰ ਲਟਕ ਰਹੀ ਆ ਕਿਉਂਕਿ ਸਰਕਾਰ ਨੇ ਉਹਨਾਂ ਖਿਲਾਫ ਵੱਖ-ਵੱਖ ਵਿਭਾਗਾਂ ਦੇ ਵਿੱਚ ਹੋਈਆਂ ਬੇਨਿਯਮੀਆਂ ਲਈ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਹੈਗੀ ਆ। ਹਾਂਜੀ। ਦੂਸਰਾ ਉਹ ਕਹਿੰਦੇ ਵੀ ਅਸੀਂ ਦੇਖੋ ਜੀ ਸੰਦੀਪ ਅੰਬੀਆਂ ਦੇ ਕਾਤਲ ਫੜੇ, ਅਸੀਂ ਜਿਹੜਾ ਗੈਂਗਸਟਰਾਂ ਵਾਲਾ ਮਸਲਾ ਆ, ਅਸੀਂ ਜਿਹੜਾ ਲਾਰੈਂਸ ਬਿਸ਼ਨੋਈ ਨੂੰ ਉੱਥੋਂ ਲਿਆਂਦਾ ਹੈਗਾ, 7 ਦਿਨ ਦਾ ਰਿਮਾਂਡ ਮਿਲਿਆ ਸੁੱਖ ਨਾਲ। ਫਿਰ ਕਹਿੰਦੇ ਭਈ ਅਸੀਂ ਜਿਹੜਾ ਮੌੜ ਬੰਬ ਧਮਾਕਾ ਪਿਛਲੀਆਂ ਚੋਣਾਂ ਤੋਂ 17 ਵਾਲੀਆਂ ਤੋਂ ਥੋੜਾ ਚਿਰ ਪਹਿਲਾਂ ਹੋਇਆ ਸੀ, ਕਹਿੰਦੇ ਅੱਜ ਤੱਕ ਉਹਦੇ ਦੋਸ਼ੀ ਸਰਕਾਰ ਨੇ 5 ਸਾਲਾਂ 'ਚ ਨਹੀਂ ਸੀ ਫੜੇ, ਹੈ ਨਾ ਜੀ। ਤੇ ਅਸੀਂ ਉਹ ਵੀ ਤਹਿਕੀਕਾਤ ਕਰਾਂਗੇ, ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਾਂਗੇ, ਹੈ ਨਾ। ਸੋ ਉਹਨਾਂ ਨੇ ਆਪਣੀਆਂ ਇਦਾਂ ਦੀਆਂ ਪ੍ਰਾਪਤੀਆਂ ਗਿਣਾਈਆਂ। ਦੂਜਾ ਕਹਿੰਦੇ ਵੀ ਭ੍ਰਿਸ਼ਟਾਚਾਰ ਜਿਹੜਾ ਜ਼ੀਰੋ ਟੋਲਰੈਂਸ ਹੈ ਉਹਦੇ ਲਈ ਤਾਂ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਖਤਮ ਹੋਣ ਦਾ ਦਾਅਵਾ ਕਰਦੇ ਆ। ਔਰ ਕਹਿੰਦੇ ਆ ਵੀ ਇੱਕ ਮੰਤਰੀ ਫੜ ਕੇ ਅੰਦਰ ਦੇ ਦਿੱਤਾ, ਦੂਸਰਿਆਂ ਨੂੰ ਕੰਨ ਹੋ ਜਾਂਦੇ ਆ। ਸੋ ਆਇਆ ਕਿਸ ਹੱਦ ਤੱਕ ਉਹਨਾਂ ਦੇ ਇਸ ਬਿਆਨ ਦੇ ਵਿੱਚ ਸੱਚਾਈ ਆ, ਕਿੰਨਾ ਕੁ ਵਜ਼ਨ ਆ, ਉਹ ਆਪਾਂ ਦੇਖਣਾ ਹੈਗਾ, ਹੈ ਨਾ। ਸਮੇਂ ਨੇ ਸਿੱਧ ਕਰਨਾ ਹੈਗਾ। ਬਿਲਕੁਲ ਸਿੱਧ ਕਰਨਾ। ਦੇਖੋ ਕੁਝ ਨਾ ਕੁਝ ਤੇ ਉਹਨਾਂ ਨੇ ਕਹਿਣਾ ਹੀ ਹੈ। ਹੁਣ ਸੁਪਰੀਮੋ ਨੇ ਆਏ ਨੇ, ਕੋਈ ਨਾ ਕੋਈ ਉਹਨਾਂ ਨੇ ਸਟੇਟਮੈਂਟ ਦੇਣੀ ਹੈ, ਕੋਈ ਨਾ ਕੋਈ ਬਿਆਨ ਜਾਰੀ ਕਰਨਾ ਹੈ। ਓਕੇ, ਪੰਜਾਬ ਦੇ ਮਾਹੌਲ ਦੇ ਉੱਤੇ ਕਿਉਂਕਿ ਇਸ ਵਕਤ ਗਰਮਾਇਆ ਹੋਇਆ ਬਿਲਕੁਲ। ਔਰ ਸਿੱਧੂ ਮੂਸੇਵਾਲਾ ਦਾ ਜਿਹੜਾ ਫੋਨ ਹੈ ਉਹਦੀ ਫੋਰੈਂਸਿਕ ਜਾਂਚ ਤੋਂ ਬਾਅਦ ਹੁਣ ਕੁਝ ਚੀਜ਼ਾਂ ਸਾਹਮਣੇ ਆਈਆਂ ਨੇ। ਤੁਸੀਂ ਦੱਸਿਆ ਕੁਝ ਕਾਲਸ ਬਾਰੇ। ਸੋ ਉਸ ਆਧਾਰ ਦੇ ਉੱਤੇ ਬਿਸ਼ਨੋਈ ਨਾਲ ਵੀ ਪੁੱਛਗਿੱਛ ਹੋਏਗੀ। ਹੋਰ ਜਿਹੜੇ ਬਾਕੀ ਇਹਦੇ ਸ਼ਾਰਪ ਸ਼ੂਟਰਸ ਫੜੇ ਜਾ ਰਹੇ ਨੇ ਜਾਂ ਬਾਕੀ ਵੀ ਜਿਹੜੇ ਬੰਦੇ ਉਹਨਾਂ ਨੂੰ ਮਿਲਦੇ ਪਏ ਨੇ ਜਿਨ੍ਹਾਂ ਕੋਲੋਂ ਤਹਿਕੀਕਾਤ ਕਰਨੀ ਹੈ, ਉਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਤਹਿਕੀਕਾਤ ਕਰਨੀ ਆ। ਹੁਣ ਦੇਖੋ ਇਹ ਤਹਿਕੀਕਾਤ ਕਿੱਥੇ ਤੱਕ ਪਹੁੰਚਦੀ ਆ। ਦੂਸਰਾ ਮਾਮਲਾ ਤਾਂ ਸਭ ਨੂੰ ਪਤਾ ਹੈ, ਤਾਂ ਬਹੁਤ ਦੇਰ ਤੋਂ ਡਿਸਕਸ ਹੋ ਰਿਹਾ ਕਿ ਪੰਜਾਬ ਦੇ ਅੰਦਰ ਗੈਂਗਸਟਰਸ, ਫਿਰੌਤੀਆਂ ਦੀ ਗੱਲ, ਧਮਕੀਆਂ ਦੀ ਗੱਲ, ਨਿਤ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਨੇ। ਤਾਂ ਕੇਜਰੀਵਾਲ ਸਾਹਿਬ ਨੇ ਠੀਕ ਹੈ ਮੁੱਦਾ ਉਠਾਇਆ ਕਿ ਗੈਂਗਸਟਰਿਜ਼ਮ ਖਤਮ ਹੋਣਾ ਚਾਹੀਦਾ ਹੈ ਪੰਜਾਬ ਦੀ ਧਰਤੀ ਤੋਂ। ਔਰ ਨਾਲ ਇਹ ਵੀ ਕਿ ਪਾਲੇ ਕਿੰਨਾ ਨੇ, ਇਹ ਕਿੱਥੋਂ ਸ਼ੁਰੂ ਹੋਏ, ਨੈਚੁਰਲੀ ਕਿਤੋਂ ਨਾ ਕਿਤੋਂ ਤਾਂ ਸ਼ੁਰੂ ਹੁੰਦੇ ਹੀ ਨੇ। ਬਿਲਕੁਲ। ਸੋ ਮੁੱਦਾ ਇਹ ਹੈ ਕਿ ਸ਼ੁਰੂ ਹੁੰਦੇ ਕਿਉਂ ਨੇ ਜੀ। ਇਹ ਵਾਕਈ ਹੀ ਕੋਈ ਫਰਸਟ੍ਰੇਟਡ ਯੂਥ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਣਾਅ ਹੈ, ਉਸ ਕਰਕੇ ਇਸ ਰਸਤੇ ਤੇ ਚੱਲੇ। ਦੇਖੋ ਇੱਕ ਤੋਂ ਇੱਕ ਇੰਟੈਲੀਜੈਂਟ ਨੇ। ਬਿਸ਼ਨੋਈ ਖੁਦ ਲਾਅ ਗ੍ਰੈਜੂਏਟ ਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਸਪੋਰਟਸਮੈਨ ਆ। ਔਰ ਇੰਨੇ ਇੰਟੈਲੀਜੈਂਟ ਬੰਦੇ ਇੱਧਰ ਨੂੰ ਕਿਉਂ ਤੁਰ ਪਏ? ਜਾਂ ਇਹਨਾਂ ਨੂੰ ਕੋਈ ਤੋੜਦਾ ਹੈ ਤਾਂ ਤੁਰਦੇ ਨੇ, ਜਾਂ ਇਹ ਨਾ ਤੁਰਦੇ ਨੇ ਨਾ ਤੋੜਦਾ ਹੈ, ਇਹਨਾਂ ਨੂੰ ਅੱਗੇ ਰੱਖ ਕੇ ਪਿੱਛੋਂ ਕੋਈ ਹੋਰ ਲੌਬੀ ਹੈ ਜਿਹੜੀ ਸਾਰੀ ਗੇਮ ਖੇਡਦੀ ਹੈ। ਇਹ ਵੀ ਦੇਖੋ ਕੈਬਨਿਟ ਮੰਤਰੀ ਜਿਹੜੇ ਮੌਜੂਦਾ ਬ੍ਰਹਮ ਸ਼ੰਕਰ ਜਿੰਪਾ ਹੁਣੀ ਕੱਲ ਉੱਥੋਂ ਦੀ ਸੰਗਰੂਰ ਦੀ ਜਿਮਨੀ ਚੋਣ ਜਿਹੜੀ ਲੋਕ ਸਭਾ ਲਈ ਹੋ ਰਹੀ ਆ ਉੱਥੇ ਕੱਲ ਬੋਲ ਰਹੇ ਸੀ ਜੀ। ਉਹਨਾਂ ਨੇ ਵੀ ਇਹ ਕਿਹਾ ਭਈ ਜਿਹੜੇ ਗੈਂਗਸਟਰ ਆ ਇਹ ਰਵਾਇਤੀ ਪਾਰਟੀਆਂ ਦੀ ਦੇਣ ਆ। ਰਵਾਇਤੀ ਪਾਰਟੀਆਂ ਕਿਹੜੀਆਂ ਆ? ਭਾਜਪਾ, ਕਾਂਗਰਸ, ਅਕਾਲੀ ਦਲ, ਹੈ ਨਾ ਜੀ। ਤੇ ਇਹ ਇਹਨਾਂ ਦੀ ਪੈਦਾਵਾਰ ਆ, ਇਹਨਾਂ ਦੇ ਵਧਿਆ ਮਤਲਬ ਇਹਨਾਂ ਦੀ ਪੁਸ਼ਤ ਪਨਾਹੀ ਹੇਠ ਹੀ ਇਹ ਵਧੇ ਫੁੱਲੇ ਆ ਤੇ ਇਹਨਾਂ ਨੂੰ ਆਪਣੇ ਸਿਆਸੀ ਮਤਲਬ ਸੌੜੇ ਸਿਆਸੀ ਹਿੱਤਾਂ ਲਈ ਇਹ ਪਾਰਟੀਆਂ ਵਰਤਦੀਆਂ ਨੇ। ਬਿਲਕੁਲ ਸਹੀ ਗੱਲ ਹੈ। ਗੱਲ ਇਹੀ ਹੈ ਜੀ ਕਿ ਇਹਨਾਂ ਨੂੰ ਵਰਤਦਾ ਕੌਣ ਹੈ ਜੀ। ਔਰ ਕੁਝ ਮਾਹਿਰ ਮੰਨਦੇ ਨੇ ਕਿ ਜਿਹੜੀਆਂ 3 ਜਮਾਤਾਂ ਇਕੱਠੀਆਂ ਨੇ, ਇੱਕ ਤਾਂ ਹੈ ਪੋਲੀਟੀਕਲ ਜਮਾਤ, ਇੱਕ ਉਹਨਾਂ ਦੇ ਨਾਲ ਮਿਲੇ ਹੋਏ ਜਿਹੜੇ ਬਿਜ਼ਨਸਮੈਨ, ਬਹੁਤ ਅਮੀਰ ਲੋਕ,
ਔਰ ਤੀਸਰੀ ਜਿਹੜੀ ਬਿਊਰੋਕ੍ਰੇਸੀ ਹੈ, ਹਾਂ, ਇਹਨਾਂ ਦਾ ਗੱਠਜੋੜ ਨੈਕਸਸ ਆ ਇਹਨਾਂ ਦਾ, ਉਹ ਨੈਕਸਸ ਇਹਨਾਂ ਨੂੰ ਇਸਤੇਮਾਲ ਕਰਦਾ ਹੈ। ਬਿਲਕੁਲ। ਔਰ ਹੋ ਸਕਦਾ ਹੈ ਕਿ ਜਿਹੜਾ ਇਹ ਗੱਲ ਕਹਿੰਦੇ ਨੇ ਕਿ ਜੇਲ੍ਹ ਦੇ ਵਿੱਚ ਜੀ ਉੱਥੋਂ ਮੋਬਾਈਲ ਤੋਂ ਇਹ ਲੋਕ ਆਪਰੇਟ ਕਰਦੇ ਨੇ, ਜੇਲ੍ਹ ਦੇ ਮੋਬਾਈਲ ਵਿੱਚ ਕਿੱਦਾਂ ਪਹੁੰਚਦਾ ਜੇਲ੍ਹ 'ਚ? ਇਹ ਕੁਐਸਚਨ ਮਾਰਕ ਹੈ। ਦੇਖਣ ਵਾਲੀ ਗੱਲ ਤੇ ਇਹ ਹੈ ਨਾ ਵੀ ਜੇਲ੍ਹ 'ਚ ਕਿੱਦਾਂ ਮੋਬਾਈਲ ਪਹੁੰਚਦਾ। ਹੋ ਸਕਦਾ ਹੈ ਕਿ ਇਹਨਾਂ ਨੂੰ ਸਾਹਮਣੇ ਰੱਖ ਕੇ ਮੋਬਾਈਲ ਕੋਈ ਹੋਰ ਆਪਰੇਟ ਕਰਦਾ ਹੋਵੇ, ਬਿਲਕੁਲ, ਕੋਈ ਹੋਰ ਲੌਬੀ ਹੈ ਜਿਹੜੀ ਆਪਰੇਟ ਕਰਦੀ ਹੈ ਮੋਬਾਈਲ, ਔਰ ਸਾਹਮਣੇ ਇਹਨਾਂ ਨੂੰ ਰੱਖ ਦਿੱਤਾ ਜਾਂਦਾ ਔਰ ਗੱਲ ਕਰ ਦਿੱਤੀ ਜਾਂਦੀ ਹੈ ਕਿ ਜੇਲ੍ਹ ਦੇ ਵਿੱਚ ਮੋਬਾਈਲ ਪਹੁੰਚ ਗਿਆ, ਹਾਲਾਂਕਿ ਮੋਬਾਈਲ ਹੋ ਸਕਦਾ ਜੇਲ੍ਹ ਵਿੱਚ ਨਾ ਹੋਵੇ, ਕਿਤੇ ਹੋਰ ਮੋਬਾਈਲ ਆਪਰੇਟ ਕਰਦੇ ਪਏ ਨੇ। ਬਿਲਕੁਲ, ਤਾਂ ਇਹ ਵੀ ਹੋ ਸਕਦਾ ਹੈ। ਇੱਕ ਮੈਨੂੰ ਹੋਰ ਸੰਜੀਵ ਜੀ ਗੱਲ ਸਮਝ ਨਹੀਂ ਆਉਂਦੀ ਪਈ, ਮੀਡੀਆ ਬਾਰੇ ਕੁਝ ਕੱਲ ਪਰਸੋਂ ਤੋਂ ਇਦਾਂ ਦੀਆਂ ਗੱਲਾਂ ਹੋ ਰਹੀਆਂ ਵੀ ਮੀਡੀਆ, ਮੈਜੋਰਟੀ ਮੀਡੀਆ ਜਿਹੜਾ ਉਹ ਘਟੀਆ ਰੋਲ ਅਦਾ ਕਰ ਰਿਹਾ। ਬਿਲਕੁਲ ਸਹੀ ਆ। ਉਹ ਨਾਇਕਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰ ਰਿਹਾ, ਹਾਂਜੀ, ਤੇ ਖਲਨਾਇਕਾਂ ਨੂੰ ਨਾਇਕ ਬਣਾ ਕੇ ਪੇਸ਼ ਕਰ ਰਿਹਾ, ਵਿਲਨ ਨੂੰ ਹੀਰੋ, ਹੀਰੋ ਨੂੰ ਵਿਲਨ, ਹੈ ਨਾ। ਉਹ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਕੱਲ। ਫਿਰ ਕਹਿੰਦੇ ਵੀ ਮੀਡੀਆ ਨੂੰ ਹਰ ਇੱਕ ਗੱਲ ਦਾ ਪਤਾ ਹੁੰਦਾ। ਮੀਡੀਆ ਨੂੰ ਕਿੱਦਾਂ ਹਰ ਇੱਕ ਗੱਲ ਦਾ ਪਤਾ ਹੁੰਦਾ? ਫਿਰ ਜਿੱਦਾਂ ਕੱਲ ਮੰਨ ਲਓ ਲਾਰੈਂਸ ਬਿਸ਼ਨੋਈ ਵਾਲੀ ਗੱਲ ਲੈ ਲਓ, ਹਾਂਜੀ, ਤੇ ਇੱਕ ਬੰਨੇ ਤਾਂ ਜੀ ਪੰਜਾਬ ਪੁਲਿਸ ਬਹੁਤ ਲੰਮਾ ਰੂਟ ਕਹਿੰਦੇ ਲੈ ਕੇ ਤੇ ਉਹਨੂੰ ਗੁਪਤ ਢੰਗ ਦੇ ਨਾਲ ਮਾਨਸਾ ਲੈ ਕੇ ਆਉਂਦੀ ਆ ਜੀ। 4 ਵਜੇ ਪੁੱਜਦੇ ਆ, 4:30 ਡਿਊਟੀ ਮੈਜਿਸਟ੍ਰੇਟ ਦੇ ਪੇਸ਼ ਕਰਕੇ 7 ਦਿਨ ਦਾ ਉਹਦਾ ਰਿਮਾਂਡ ਲਿਆ ਜਾਂਦਾ। ਬਿਲਕੁਲ ਠੀਕ ਆ, 22 ਤਰੀਕ ਦਾ, 22 ਜੂਨ ਤੱਕ ਦਾ। ਫਿਰ ਕੀ ਹੁੰਦਾ ਭਈ ਉਹਨੂੰ ਬੁਲਟ ਪ੍ਰੂਫ ਗੱਡੀਆਂ ਚੱਲਦੀਆਂ, ਅਮਲਾ ਫੈਲਾ, ਮਤਲਬ ਸਿਕਿਉਰਿਟੀ ਜਿਹੜੀ ਆ ਵੀ ਜਿੱਦਾਂ ਰਾਸ਼ਟਰਪਤੀ ਨੇ ਕਿਤੇ ਆਉਣਾ ਹੁੰਦਾ ਇੰਨੀ ਉਹਦੇ ਨਾਲ ਸਿਕਿਉਰਿਟੀ ਲੱਗੀ ਹੋਈ ਆ, ਹੈ ਨਾ। ਫਿਰ ਉਹ ਗੁਪਤ ਕੀ ਰਹਿ ਗਿਆ ਜਦੋਂ ਮੀਡੀਆ ਦੱਸ ਰਿਹਾ ਪਈ ਇੱਥੋਂ ਤੁਰ ਪਿਆ, ਇੱਥੇ ਪਹੁੰਚ ਗਿਆ, ਉੱਥੇ ਹੋ ਗਿਆ। ਉਹ ਮੀਡੀਆ ਦਾ ਕਿਹੜਾ ਜਿਹੜਾ ਰੋਲ ਆ ਉਹਦੀ ਮੈਨੂੰ ਸਮਝ ਨਹੀਂ ਆ ਰਹੀ। ਐਕਚੁਅਲੀ ਜੋ ਇਹ ਸਾਰੀ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇਹਨਾਂ ਨੂੰ TRP ਨਾਲ ਮਤਲਬ ਹੈ। ਬਿਲਕੁਲ, ਕਿਸ ਚੀਜ਼ ਦਾ ਜ਼ਿਆਦਾ ਫਾਇਦਾ ਹੁੰਦਾ ਇਹਨਾਂ ਦੇ ਬਿਜ਼ਨਸ ਨੂੰ। ਬਿਲਕੁਲ। ਪਰ ਇਹ ਇਦਾਂ ਦੀ ਕਮੀਨਗੀ ਤੇ TRP ਵਧਾਉਣ ਲਈ ਇੱਕ ਬੰਦੇ ਦਾ, ਮਸਲਨ ਸਿੱਧੂ ਮੂਸੇਵਾਲਾ ਜਿਹੜਾ ਉਹ ਮਾਰਿਆ ਗਿਆ, ਉਹਦੇ ਪਿਓ ਨੂੰ ਬਲਕੌਰ ਸਿੰਘ ਹੁਣਾਂ ਦੇ ਮੂੰਹ 'ਚ ਮਾਈਕ ਤੁੰਨ ਰਿਹਾ ਮੀਡੀਆ ਵੀ ਜੀ ਤੁਸੀਂ ਕਿੱਦਾਂ ਮਹਿਸੂਸ ਕਰਦੇ ਆ ਵੀ ਉਹ ਭਲਿਓ ਲੋਕੋ, ਇੱਕ ਪਿਓ ਦਾ ਇਕਲੌਤਾ ਨੌਜਵਾਨ ਪੁੱਤ ਮਰ ਜਾਵੇ, ਤੁਸੀਂ ਉਹਨੂੰ ਪੁੱਛ ਰਹੇ ਆ ਵੀ ਕਿੱਦਾਂ ਮਹਿਸੂਸ ਕਰ ਰਹੇ ਆ, ਕਿੱਦਾਂ ਮਹਿਸੂਸ ਕਰਦਾ ਹੁੰਦਾ। ਇਖਲਾਕ ਦੀ ਗੱਲ ਹੀ ਨਹੀਂ ਹੈ ਕੋਈ। ਫਿਰ ਪਿਛਲੇ ਦਿਨੀ ਮੈਂ ਇੱਕ ਉਹਨੂੰ ਬਾਦਲਾਂ ਦਾ ਚੈਨਲ ਕਹਿ ਦਿੰਦੇ ਆ ਵੀ ਉਹਦਾ ਇੱਕ ਪੱਤਰਕਾਰ ਉੱਥੇ ਮਤਲਬ ਮੂਸੇ ਵਾਲਾ ਪਿੰਡ ਦੇ ਵਿੱਚ ਲੋਕਾਂ ਨੂੰ ਪੁੱਛ ਰਿਹਾ ਵੀ ਹੋਰ ਗੱਲਾਂ ਕਰਕੇ ਵੀ ਸਿੱਧੂ ਮੂਸੇਵਾਲਾ ਕਿੱਦਾਂ ਦਾ ਸੀ, ਕਿੱਦਾਂ ਦਾ ਸੀ, ਨਾਲ ਕਹਿੰਦਾ ਅੱਛਾ ਫਿਰ ਉਹਦੀ ਸਿਕਿਉਰਿਟੀ ਵਾਪਸ ਲਈ ਕਰਕੇ ਉਹ ਮਾਰਿਆ ਗਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਾਣੀ ਕਿ ਗੱਲ ਮੋੜ ਘੇੜ ਕੇ ਇੱਕ ਦੂਸਰੇ ਨੂੰ ਥੱਲੇ ਲਾਉਣ ਦੀ, TRP ਵਧਾਉਣ ਦੀ, ਤੇ ਇਹੋ ਜਿਹੇ ਬੇਤੁਕੇ ਮਤਲਬ ਵਾਹਿਆਤ ਸਵਾਲ ਜਿਹੜੇ ਆ ਉਹ ਲੋਕਾਂ ਨੂੰ ਕਰਦੇ ਆ, ਇਮੈਚੁਰਿਟੀ ਤੇ ਕਿੱਲ ਕੇ ਗੱਲਾਂ ਕਰਦੇ ਆ। ਬਿਲਕੁਲ, ਕਿਲ ਕੇ ਵੀ, ਨੱਚ ਕੇ ਵੀ, ਨੱਚ ਕੇ ਕਦੀ ਕਿੱਧਰ ਕਦੀ ਕਿੱਧਰ। ਬਿਲਕੁਲ। ਔਰ 2-4 ਚੈਨਲਾਂ ਦਾ ਤਾਂ ਮੈਂ ਦੇਖਿਆ ਵੀ ਇੰਨਾ ਘਟੀਆ ਰੋਲ ਆ। ਫਿਰ ਤੁਸੀਂ ਦੇਖੋ ਵੈਬ ਚੈਨਲ ਅੱਜ ਕੱਲ ਬਣੇ ਹੋਏ ਆ, ਉਹ ਜਿਹੜਾ ਮਤਲਬ ਉੱਠਦਾ ਜਿਹਨੂੰ ਇਲ ਦਾ ਨਾ ਕੋਕੋ ਨਹੀਂ ਆਉਂਦਾ ਜਰਨਲਿਜ਼ਮ ਦਾ, ਪੱਤਰਕਾਰੀ ਦਾ, ਉਹ ਆਪਣਾ ਚੈਨਲ ਚਲਾ ਰਹੇ ਆ। ਬਿਲਕੁਲ, ਇਹਨਾਂ ਨੂੰ ਕੋਈ ਇਖਲਾਕ ਨਹੀਂ, ਹਾਂਜੀ, ਇਹਨਾਂ ਨੂੰ ਕੋਈ ਇਸ ਚੀਜ਼ ਦਾ ਨਹੀਂ ਕਿ ਕਿਸੇ ਬੰਦੇ ਦੇ ਕਿੱਦੀ ਸੱਟ ਵੱਜੇਗੀ। ਬਿਲਕੁਲ, ਇਹ ਚਾਹੁੰਦੇ ਨੇ ਸੈਂਸੇਸ਼ਨ ਕ੍ਰੀਏਟ ਕੀਤੀ ਜਾਵੇ। ਬਿਲਕੁਲ, ਉਹ ਮਤਲਬ ਸਨਸਨੀਖੇਜ਼ ਬਣਾ ਦੋ ਹਰ ਇੱਕ ਚੀਜ਼ ਨੂੰ। ਔਰ ਜਦੋਂ ਤੱਕ ਕਿਸੇ ਨਿਊਜ਼ ਨੂੰ ਮਤਲਬ ਭਾਵਨਾਵਾਂ ਦਾ, ਕਿਸੇ ਦੇ ਦੁੱਖ ਦਰਦ ਦਾ ਇਹਨਾਂ ਨੂੰ ਕੋਈ ਖਿਆਲ ਨਹੀਂ। ਇਹ ਨਿਊਜ਼ ਚੈਨਲ ਨਹੀਂ ਹੈਗੇ ਬੇਸਿਕਲੀ, ਕਈ ਵਾਰ ਦੇਖ ਕੇ ਲੱਗਦਾ ਕਿ ਐਂਟਰਟੇਨਮੈਂਟ ਚੈਨਲ ਨੇ। ਬਿਲਕੁਲ, ਇਹ ਨਿਊਜ਼ ਵਿੱਚ ਐਂਟਰਟੇਨਮੈਂਟ ਲੱਭਦੇ ਨੇ, ਇਹ ਨਿਊਜ਼ ਕ੍ਰੀਏਟ ਕਰਦੇ ਨੇ, ਕੋਈ ਸੰਜੀਦਾ ਗੱਲ ਕਰਦੇ ਹੀ ਨਹੀਂ ਜੀ, ਕ੍ਰੀਏਟ ਕਰਦੇ ਨੇ ਨਿਊਜ਼, ਕਿਹੜੀ ਚੀਜ਼ ਵਿਕ ਸਕਦੀ ਆ। ਬਿਲਕੁਲ। ਔਰ ਤੁਸੀਂ ਦੇਖੋ ਜਦੋਂ ਤੱਕ ਕਿਸੇ ਵੀ ਨਿਊਜ਼ ਨੂੰ ਨਿਚੋੜ ਕੇ ਉਸ ਤੋਂ ਫਾਇਦਾ ਲਿੱਤਾ ਜਾ ਸਕਦਾ, ਉਹਨੂੰ ਹਰ ਤਰ੍ਹਾਂ ਨਿਚੋੜਨਗੇ। ਤੁਸੀਂ ਦੇਖੋ ਉਹਨੂੰ ਰੈਪੀਟੀਸ਼ਨ ਕਿੰਨੀ ਵਾਰੀ ਹੁੰਦੀ। ਬਿਲਕੁਲ। ਔਰ ਜਦੋਂ ਦੇਖਣਗੇ ਮੈਚ ਕੱਢ ਦਿੰਦੇ ਖਬਰ ਦੀ, ਜਦੋਂ ਦੇਖਣਗੇ ਉਹਦੇ ਕੋਲੋਂ ਫਾਇਦਾ ਨਹੀਂ ਰਹਿ ਗਿਆ, ਭਾਵੇਂ ਉਹ ਕਿੰਨੀ ਇੰਪੋਰਟੈਂਟ ਕਿਉਂ ਨਹੀਂ, ਬਿਲਕੁਲ, ਦੂਜੇ ਦਿਨ ਉਹ ਚੈਨਲ ਤੇ ਦਿਖੇਗੀ ਨਹੀਂ, ਕੋਈ ਨਿਊਜ਼ ਕਦੀ ਹੁੰਦੀ ਵੀ ਸੀ ਇਸ ਚੈਨਲ ਦੇ ਉੱਤੇ। ਸੋ ਬੇਸਿਕਲੀ TRP ਦਾ ਚੱਕਰ ਹੈ। ਔਰ ਹੋਰ ਪਤਾ ਨਹੀਂ ਇਹ ਕਿੱਦਾਂ ਕਰਕੇ ਇਹ ਸਾਰਾ ਕੁਝ ਕ੍ਰੀਏਟ ਕਰਦੇ ਨੇ ਤਾਂ ਕਿ ਇਹਨਾਂ ਦਾ ਚੈਨਲ ਇੱਕ ਤਰ੍ਹਾਂ ਦਾ ਲਾਈਮਲਾਈਟ 'ਚ ਵੀ ਲਵੇ, ਵੀਵਰਸ਼ਿਪ ਵਧੇ। ਕਈ ਵਾਰ ਮੈਂ ਪੁੱਛਿਆ, ਮੈਂ ਕੀ ਨੇ ਇਹ ਕੀ ਕਰਦੇ ਨੇ? ਕਹਿੰਦੇ ਦਿਸ ਇਜ਼ ਨੋਜ਼ ਫॉर ਨਿਊਜ਼, ਨਿਊਜ਼ ਦੀ ਨੱਕ ਫੜਨੀ। ਬਸ ਮੈਂ ਕਿਹਾ ਨੋਜ਼ ਫॉर ਨਿਊਜ਼ ਦੇ ਵਿੱਚ ਤੁਸੀਂ ਸਭ ਬੇੜਾ ਗਰਕ ਕਰਕੇ ਰੱਖ ਦਿਓ ਸੋਸਾਇਟੀ ਦਾ। ਔਰ ਤੁਸੀਂ ਦੇਖੋ ਭਈ ਸਾਡੀਆਂ ਅਖਬਾਰਾਂ ਵੀ ਆਪਣੇ ਅਨਫੋਰਚੂਨੇਟਲੀ ਅਸੀਂ ਵੀ ਸਾਰੀ ਉਮਰ ਅਖਬਾਰਾਂ 'ਚ ਹੀ ਕੰਮ ਕੀਤਾ ਜੀ, ਜਾਂ ਕਰਦੇ ਆ। ਸਨਸਨੀਖੇਜ਼ ਖਬਰ ਸਨਸਨੀਖੇਜ਼ ਕਿੱਦਾਂ ਬਣਾਉਣੀ ਆ, ਉਹਦੇ ਤੇ ਜ਼ੋਰ ਦਿੱਤਾ ਜਾਂਦਾ। ਜਾਪਾਨ ਦੀਆਂ ਅਖਬਾਰਾਂ ਦੇ ਵਿੱਚ ਕਹਿੰਦੇ ਫਰੰਟ ਪੇਜ ਜਿਹੜਾ ਹੁੰਦਾ ਨਾ, ਮੇਨ ਨਿਊਜ਼ ਪੇਜ ਹੁੰਦਾ, ਉਹਦੇ ਤੇ ਇਨੋਵੇਸ਼ਨਸ ਦੀਆਂ, ਕਾਢਾਂ ਦੀਆਂ, ਮਨੁੱਖ ਦੀ ਫਿਤਰਤ ਦੀਆਂ,
ਕੰਪੈਸ਼ਨ ਦੀਆਂ, ਮਨੁੱਖੀ ਹਮਦਰਦੀ ਦੀਆਂ, ਮੁਹੱਬਤ ਦੀਆਂ, ਮੋਹ ਦੀਆਂ ਗੱਲਾਂ ਹੁੰਦੀਆਂ, ਖਬਰਾਂ ਇਹੋ ਜਿਹੀਆਂ ਹੁੰਦੀਆਂ ਪਹਿਲੇ ਸਫ਼ੇ 'ਤੇ। ਤਾਂ ਸਾਡੇ ਜਦੋਂ ਖਾੜਕੂਬਾਦ ਦਾ ਵੇਲਾ ਸੀ ਜਾਂ ਅੱਗੇ ਪਿੱਛੇ, ਆਪਾਂ ਕਹਿੰਦੇ ਹਾਂ, ਕਿਸੇ ਸ਼ਾਇਰ ਨੇ ਕਿਹਾ ਸੀਗਾ ਵੀ ਰੋਜ਼ ਸਾਡੇ ਸਰਦਲ 'ਤੇ ਲਹੂ ਭਿੱਜੀ ਅਖਬਾਰ ਡਿੱਗਦੀ ਆ, ਹੈ ਨਾ। ਬਿਲਕੁਲ ਸਹੀ। ਸੋ ਤੁਸੀਂ ਸਵੇਰੇ ਉਹ ਤੁਹਾਡੇ ਮਨ ਦੇ ਵਿੱਚ ਇੱਕ ਆਰਟ ਆਫ ਲਿਵਿੰਗ ਵਾਲੇ ਨੇ, ਕੀ ਆ ਉਹਨਾਂ ਦਾ, ਰਵੀ ਸ਼ੰਕਰ ਜੀ, ਉਹ ਕਹਿੰਦੇ ਵੀ ਆਰਟ ਆਫ ਲਿਵਿੰਗ ਵਿੱਚ ਲੋਕਾਂ ਨੂੰ ਸਵੇਰੇ ਇਹ ਵੀ ਦੱਸਦੇ ਆ ਆਪਣੀ ਕਲਾਸ ਦੇ ਵੀ ਸਵੇਰੇ ਅਖਬਾਰ ਨਹੀਂ ਪੜ੍ਹਨੀ, ਹੈ ਨਾ। ਨੈਗੇਟਿਵ ਨਿਊਜ਼, ਜੰਕ ਨਿਊਜ਼ ਬਿਲਕੁਲ ਨਹੀਂ ਪੜ੍ਹਨੀ। ਬਿਲਕੁਲ ਬਿਲਕੁਲ ਬਿਲਕੁਲ। ਔਰ ਉਹ ਜਿੱਦਾਂ ਇਨਐਡਵੈਂਟੈਂਟਲੀ ਗਫਲਤ ਵਿੱਚ ਨਾ ਚਾਹੁੰਦਿਆਂ ਹੋਇਆ ਵੀ ਤੁਹਾਡੇ ਦਿਮਾਗ ਦੇ ਵਿੱਚ ਉਹ ਤੂੜੀ ਭਰਦੀ ਆ, ਉਹ ਨੈਗੇਟਿਵ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਵੜਦੀਆਂ ਨੇ। ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਜੀ, ਬਲੱਡ ਪ੍ਰੈਸ਼ਰ ਤੁਹਾਡਾ ਹਾਈ ਹੋ ਜਾਂਦਾ, ਕਹਿੰਦੇ ਪਿਛਲੇ ਰਕਤ ਚਾਪ ਵੱਧ ਜਾਂਦੀ ਤੁਹਾਡੀ। ਪਿਛਲੇ ਦਿਨ ਹੀ ਕਹਿੰਦੇ ਅਖਬਾਰਾਂ ਦੀ ਹੜਤਾਲ ਸੀ ਜੀ, ਚੈਨਲਸ ਦੀ ਹੜਤਾਲ ਸੀ ਜੀ, ਇਹ ਦੁਨੀਆ 'ਚ ਕਿੰਨੀ ਸ਼ਾਂਤੀ ਸੀ। ਬਿਲਕੁਲ ਬਿਲਕੁਲ। ਏਦਾਂ ਲੱਗਦਾ ਸੀ ਸਭ ਕੁਝ ਠੀਕ ਚੱਲਦਾ ਪਿਆ, ਕਹਿੰਦੇ ਜਿਵੇਂ ਫਿਰ ਤੋਂ ਸ਼ੁਰੂ ਹੋ ਗਿਆ, ਲੱਗਦਾ ਸਭ ਕੁਝ ਹੀ ਕਮਾਲ ਹੋ ਗਿਆ। ਉਹ ਮੈਂ ਹੁਣ ਦੇਖਦਾ ਵੀ ਜਿਹੜੇ ਲੋਕ ਯਾਰ ਅਖਬਾਰ ਹੀ ਨਹੀਂ ਪੜ੍ਹਦੇ, ਜਿਹੜੇ ਟੀਵੀ ਨਹੀਂ ਦੇਖਦੇ, ਰੇਡੀਓ ਨਹੀਂ ਸੁਣਦੇ, ਉਹ ਵੀ ਤਾਂ ਜਿਉਂਦੇ ਆ, ਉਹ ਸ਼ਾਂਤ ਚਿੱਤ, ਮਤਲਬ ਕੋਈ ਨਹੀਂ ਯਾਰ, ਕਹਿੰਦੇ ਆਪਣੇ ਕੰਮ ਨਾਲ ਮਤਲਬ ਰੱਖੋ। ਬਿਲਕੁਲ ਸਹੀ ਆ। ਇੱਕ ਉਹ ਬ੍ਰੇਕਿੰਗ ਨਿਊਜ਼ ਇਹ ਬੜਾ ਚੱਲਦਾ, ਉਹ ਬ੍ਰੇਕਿੰਗ ਨਿਊਜ਼ ਵੀ ਲੋਕਾਂ ਦਾ ਨਾ ਬੀਪੀ ਵਧਾਉਣ ਵਾਲੀ ਨਿਊਜ਼ ਹੁੰਦੀ ਆ, ਲੋਕਾਂ ਨੂੰ ਬ੍ਰੇਕ ਕਰਨ ਵਾਸਤੇ ਆ। ਹੁਣ CNN ਜੋ ਅਮਰੀਕਾ ਦਾ ਨੈਟਵਰਕ ਹੈ, ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜਾ ਬ੍ਰੇਕਿੰਗ ਨਿਊਜ਼ ਆ, ਇਹ ਵਰਡ ਜਿਹੜਾ, ਇਹ ਸ਼ਬਦ ਬੜਾ ਓਵਰ ਯੂਜ਼ਡ ਹੋ ਗਿਆ। ਦੈਟਸ ਇਟ। ਇਹਦੀ ਥਾਂ ਤੇ ਆਪਾਂ ਹੁਣ ਯੂਜ਼ ਕਰਾਂਗੇ ਡਿਵੈਲਪਿੰਗ ਨਿਊਜ਼। ਦੈਟਸ ਇਟ। ਕਿ ਡਿਵੈਲਪਮੈਂਟ ਚੱਲ ਰਹੀ ਹੈ, ਇਹ ਖਬਰ ਚੱਲ ਰਹੀ ਆ, ਇਹਦੇ ਵਿੱਚ ਵਾਧਾ ਹੋ ਰਿਹਾ ਜਾਂ ਆ ਰਹੀ ਆ, ਗੁੱਡ ਸਾਈਨ ਆ, ਅੱਛਾ ਸਾਈਨ ਹੈ। ਸੋ ਉਹ ਜਿਹੜੀ ਬ੍ਰੇਕਿੰਗ ਹੈ ਨਾ, ਉਹ ਤਾਂ ਦੈਟ ਇਜ਼ ਬ੍ਰੇਕਿੰਗ ਅ ਪਰਸਨ, ਉਹ ਤਾਂ ਦੈਟ ਇਜ਼ ਬ੍ਰੇਕਿੰਗ ਦਾ ਪੀਪਲ। ਬਿਲਕੁਲ। ਤਾਂ ਲੋਕਾਂ ਦਾ ਘਾਣ ਕਰ ਰਹੀ ਆ। ਇਹ ਜਿਹੜਾ ਅਸਲ 'ਚ ਮੀਡੀਆ ਦਾ ਜਿਹੜਾ ਅਸਾਰੂ ਰੋਲ ਹੋਣਾ ਚਾਹੀਦਾ, ਬਦਕਿਸਮਤੀ ਨਾਲ ਬਾਈ ਐਂਡ ਲਾਰਜ ਉਹ ਅਸਾਰੂ ਰੋਲ ਨਹੀਂ ਅਦਾ ਕਰ ਰਿਹਾ। ਬਿਲਕੁਲ। ਮੀਡੀਆ ਬਾਇਸਡ ਆ, ਹੈ ਨਾ, ਆਪਣੀ ਆਪਣੀ ਪਾਰਟੀ ਦੀ ਪ੍ਰੋਜੈਕਸ਼ਨ ਹੋ ਰਹੀ ਆ, ਆਪਣੇ ਆਪਣੇ ਚੈਨਲ ਆ, ਹੈ ਨਾ, ਆਪਣੇ ਆਪਣੇ ਇੰਡੀਵਿਜੂਅਲਸ ਨੂੰ ਪ੍ਰਮੋਟ ਕਰ ਰਿਹਾ, ਏਜੰਡਾ ਆ। ਔਰ ਕਿਸੇ ਵਕਤ ਨਾ, ਜਿਸ ਤਰ੍ਹਾਂ ਹਿਟਲਰ ਨੇ ਕਿਹਾ ਸੀ ਜੀ ਕਿ ਜਿੱਦਾਂ ਇੱਕ ਝੂਠ ਨੂੰ 10 ਵਾਰ ਰਿਪੀਟ ਕਰੋ ਤਾਂ ਉਹ ਸੱਚ ਲੱਗੇਗਾ, ਇਹ ਸ਼ਾਇਦ ਉਸੇ ਚੀਜ਼ ਨੂੰ ਫੋਲੋ ਕਰਦੇ ਪਏ ਜੀ। ਔਰ ਦੂਜਾ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਸਕੂਲਸ ਦੀਆਂ ਜਿਹੜੀਆਂ ਟੈਕਸਟ ਬੁੱਕਸ ਨੇ ਉਹਨਾਂ ਨੂੰ ਕੰਟਰੋਲ ਕਰਨ ਦਿਓ, ਮੈਂ ਤੁਹਾਨੂੰ ਪੂਰੀ ਜੋ ਜਨਰੇਸ਼ਨਸ ਉਹਨਾਂ ਨੂੰ ਕੰਟਰੋਲ ਕਰਕੇ ਦਿਖਾ ਦੇਵਾਂਗਾ, ਕਿਉਂਕਿ ਬਚਪਨ ਤੋਂ ਹੀ ਬ੍ਰੇਨ ਵਾਸ਼ ਕਰ ਦੇਣਾ। ਐਗਜ਼ੈਕਟਲੀ। ਔਰ ਜਿਹੜੀਆਂ ਮਾਰਕੀਟਿੰਗ ਕੰਪਨੀਆਂ ਨੇ, ਜਿਹੜੀਆਂ ਆਪਾਂ ਕਲਚਰ ਦੀ ਗੱਲ ਕੀਤੀ ਸੀ, ਮਾਰਕੀਟਿੰਗ ਦੀ ਗੱਲ ਕੀਤੀ ਸੀ, ਹਾਂਜੀ, ਉਹ ਡਿਜ਼ਾਈਨ ਹੀ ਇਦਾਂ ਕਰਦੀਆਂ ਨੇ ਕਿ ਉਹ ਬੱਚਿਆਂ ਵਾਸਤੇ ਕੀ ਸਟੇਟਮੈਂਟ ਦਿੰਦੀਆਂ ਨੇ ਕਿ ਇਹ ਸਾਡੇ ਫਿਊਚਰ ਕਲਾਇੰਟਸ ਨੇ। ਬਿਲਕੁਲ। ਇਹਨਾਂ ਦਾ ਦਿਮਾਗ ਇਦਾਂ ਰੈਡੀ ਕਰੋ ਆਪਣੀ ਐਡਵਰਟਾਈਜ਼ਮੈਂਟਸ ਦੇ ਜ਼ਰੀਏ, ਤਾਂ ਕਿ ਇਹ ਆਦੀ ਹੋ ਜਾਣ, ਐਡਿਕਟ ਹੋ ਜਾਣ ਸਾਡੀਆਂ ਪ੍ਰੋਡਕਟਸ ਦੇ, ਸਾਡੇ ਚੰਗਲ ਚੋਂ ਬਾਹਰ ਨਾ ਨਿਕਲਣ, ਸਾਡੇ ਗ੍ਰਿਪ ਵਿੱਚ ਰਹਿਣ। ਐਗਜ਼ੈਕਟਲੀ। ਸੋ ਹਰ ਚੀਜ਼ ਨੂੰ ਇਦਾਂ ਡੀਲ ਕੀਤਾ ਜਾ ਰਿਹਾ ਕਿ ਸਾਡੇ ਦਿਮਾਗ ਨੂੰ, ਸਾਡੀ ਸੋਚ ਨੂੰ ਮੋਲਡ ਕੀਤਾ ਜਾਂਦਾ ਹੈ ਮੀਡੀਆ ਦੇ ਜ਼ਰੀਏ। ਇਹ ਜਿਹੜੇ ਓਪੀਨੀਅਨ ਮੇਕਰਸ ਬੈਠੇ ਨੇ, ਆਪਣੇ ਮੁਤਾਬਿਕ ਸਾਡੇ ਓਪੀਨੀਅਨ ਬਣਾਉਂਦੇ ਨੇ ਤਾਂ ਕਿ ਅਸੀਂ ਇਹਨਾਂ ਦੇ ਮੁਤਾਬਿਕ ਚੱਲੀਏ। ਇਹ ਵੀ ਇੱਕ ਤਰ੍ਹਾਂ ਦੀ ਮਾਨਸਿਕ ਗੁਲਾਮੀ ਹੈ। ਬਿਲਕੁਲ ਬਿਲਕੁਲ, ਇਹ 'ਚ ਕੋਈ ਦੋ ਰਾਵਾਂ ਨਹੀਂ, ਹੈ ਨਾ। ਹਾਂਜੀ ਜੀ। ਸੋ ਹੁਣ ਆਪਾਂ ਚੱਲਦੇ ਹਾਂ ਕਿ ਪੰਜਾਬ ਦੇ ਵਿੱਚ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਕਰਕੇ ਵੀ ਕਾਫੀ ਮਾਹੌਲ ਮਗਿਆ ਹੋਇਆ, ਇੱਕ ਉਹ ਵੀ ਚੱਲਦਾ ਪਿਆ ਨਾਲ। ਨਜਾਇਜ਼ ਕਬਜ਼ੇ ਜਿਹੜੇ ਜ਼ਮੀਨਾਂ ਦੇ ਨੇ, ਬੜੇ ਅਸਲ ਰਸੂਖ ਵਾਲੇ ਬੰਦੇ ਵੀ ਇਨਵੋਲਵ ਨੇ, ਉਹਨਾਂ ਦੇ ਖਿਲਾਫ ਵੀ ਡੰਡਾ ਚੁੱਕਿਆ ਹੋਇਆ ਮਾਨ ਸਰਕਾਰ ਨੇ ਕਿਹਾ ਉਹਨਾਂ ਦੇ ਨਾਮ ਵੀ ਜਾਰੀ ਕਰਾਂਗੇ। ਚੰਡੀਗੜ੍ਹ ਦੇ ਮੁੱਢੇ ਤੁਸੀਂ ਦੇਖ ਲਓ, ਜਿਹੜਾ ਨਵਾਂ ਗ੍ਰਾਮ ਵਗੈਰਾ, ਸੌਂਕਵਲ ਦੇ ਪਾਸੇ, ਪੜਸ਼ ਡੈਮ ਵਾਲਾ ਪਾਸਾ, ਝੀਲ ਦਾ ਜਿਹੜਾ ਸ਼ਿਵਾਲਿਕ ਦੀਆਂ ਪਹਾੜੀਆਂ, ਹਾਂ ਬਿਲਕੁਲ, ਕਸੌਲੀ ਹਿਲਸ ਦੇ ਪੈਰਾਂ ਤੱਕ, ਤਾਂ ਮਤਲਬ ਜਿਹੜੇ ਰਸੂਖ ਵਾਲੇ ਲੋਕ ਆ ਉਹਨਾਂ ਨੇ ਜ਼ਮੀਨਾਂ ਖਰੀਦ ਕੇ ਫਾਰਮ ਹਾਊਸ ਬਣਾਏ ਜੰਗਲ ਦੇ ਵਿੱਚ। ਕਈ ਲੋਕ ਕਹਿੰਦੇ ਨੇ ਕਿ ਉਹ ਜਿਹੜੇ ਪਾਣੀ ਦੇ ਚੋਅ ਆਉਂਦੇ ਸੀ ਉਹ ਵੀ ਬੰਦ ਕਰ ਦਿੱਤੇ, ਬੰਦ ਹੋ ਗਿਆ। ਨੈਚੁਰਲ ਫਲੋ ਸੀ ਜਿਹੜਾ ਪਾਣੀ ਦਾ, ਦੇਖੋ ਉਹ ਕਿੰਨਾ, ਔਰ ਕੰਟਰੀਬਿਊਟਰੀ ਸੀਗੇ ਉਹ ਸੁਖਨਾ ਲੇਕ ਲਈ ਜੀ। ਬਿਲਕੁਲ ਸਹੀ, ਉਹ ਵੀ ਬੰਦ ਹੋ ਗਿਆ। ਤੁਸੀਂ ਦੇਖੋ ਇਹ ਕੀ ਕਰਦੇ ਪਏ ਨੇ, ਹਨਾ। ਮਤਲਬ ਇਹਨਾਂ ਦੀ ਕੰਸਟਰਕਸ਼ਨ ਇੰਨੀ ਜ਼ਿਆਦਾ ਜ਼ਰੂਰੀ ਹੈ ਕਿ ਕੁਦਰਤ ਦਾ ਘਾਣ ਕੀਤਾ ਜਾਵੇ। ਔਰ ਤੁਸੀਂ ਦੇਖੋ ਇੱਥੋਂ ਤੱਕ ਸਾਡੀ ਮਾਨਸਿਕਤਾ ਹੈ, ਉਹ ਯਾਰ ਇਹ ਦਰਖਤ ਨਾ ਮੇਰੇ ਘਰ ਦੇ ਫਰੰਟ ਤੇ ਆਉਂਦਾ ਪਿਆ ਸੀ, ਮੇਰਾ ਕਰਕੇ ਵੱਢਤਾ। ਓ ਗॉड। ਤੁਸੀਂ ਕਹਿੰਦੇ ਆ ਵੀ ਵਿਦੇਸ਼ਾਂ ਦੇ ਵਿੱਚ ਜਿਹੜਾ ਰੁੱਖ ਆ ਕਿਤੇ ਸੜਕ ਦੇ ਵੀ ਵਿਚਾਲੇ ਆਉਂਦਾ, ਵੀ ਸੜਕ ਉੱਥੋਂ ਘੁਮਾਈ ਜਾਂਦੀ ਆ, ਰੁੱਖ ਨਹੀਂ ਕੱਟਿਆ ਜਾਂਦਾ। ਬਿਲਕੁਲ ਸਹੀ ਗੱਲ ਹੈ। ਤੇ ਕਦੋਂ ਸਾਡੀ ਮਾਨਸਿਕਤਾ ਉਸ ਪੱਧਰ ਦੀ ਹੋਊਗੀ, ਕਦੋਂ ਬਦਲੂਗੀ, ਹੈ ਨਾ। ਦੂਸਰਾ ਜ਼ਿਮਨੀ ਚੋਣ ਦਾ ਵੀ ਇਹ ਆ ਵੀ ਇੱਕ ਬੰਨੇ ਬੰਦੀ ਸਿੰਘਾਂ ਦਾ ਰੌਲਾ ਪਾ ਰਹੇ ਆ, ਬਿਲਕੁਲ ਸਹੀ ਆ। ਉਹੀ ਅਕਾਲੀ ਦਲ ਨੂੰ ਹੁਣ ਬੰਦੀ ਸਿੰਘ ਯਾਦ ਆਏ ਹੋਏ ਆ, ਜਿਹੜੇ ਜਦੋਂ ਕੁਰਸੀ ਹੇਠ ਹੁੰਦੀ ਆ ਉਦੋਂ ਭੁੱਲੇ ਹੁੰਦੇ ਆ। ਇਹ ਮੁੱਦਾ ਹੈ, ਹੁਣ ਮੁੱਦਾ ਆ, ਹੈ ਨਾ। ਤੇ ਸਿਮਰਨਜੀਤ ਸਿੰਘ ਮਾਨ ਹੁਣੀ ਕਿਹਾ ਸੀਗਾ ਵੀ ਭਾਈ ਮੈਂ ਵੀ ਬੰਦੀ ਸਿੰਘ ਰਿਹਾ, ਮੇਰੇ ਤੋਂ ਬਿਹਤਰ ਹੋਰ ਕਿਹੜਾ ਆਵਾਜ਼ ਉਠਾ ਸਕਦਾ ਬੰਦੀ ਸਿੰਘਾਂ ਦੀ। ਉਹ ਕਹਿੰਦੇ ਨਹੀਂ ਭਾਈ ਤੂੰ ਸਾਡੇ ਕੰਮ ਦਾ ਨਹੀਂ, ਹੈ ਨਾ।
ਤੇ ਉਹ ਕਹਿੰਦੇ ਮੇਰੇ ਘਰ ਆਏ ਸੀ ਇਹ ਸਾਰੇ ਇਕੱਠੇ ਹੋ ਕੇ ਵੀ ਮੇਰੇ ਨਾਲ ਮਜ਼ਾਕ ਕਰਨ ਆਏ ਸੀਗੇ, ਮੈਨੂੰ ਉਮੀਦਵਾਰ ਬਣਾਉਣ ਨਹੀਂ ਸੀ ਆਏ, ਹੈ ਨਾ। ਸੋ ਹੁਣ ਰਾਜੋਆਣਾ ਸਾਹਿਬ ਦੀ ਭੈਣ ਜਿਹੜੀ ਉਧਰੋਂ ਸਿਮਰਨਜੀਤ ਮਾਨ ਹੋਰੀ ਹੋ ਗਏ, ਉਧਰੋਂ ਜਿਹੜੇ ਆ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਹੋਣੀ, ਹੈ ਨਾ, ਸਾਰੀ ਉਮਰ ਕਾਂਗਰਸ 'ਚ ਰਹੇ ਆ। ਸੋ ਜਿਹੜਾ ਸਿਨਾਰੀਓ ਆ ਨਾ ਉਹ ਬੜਾ ਇਸ ਵੇਲੇ ਬੜੀ ਗੁੰਝਲਦਾਰ ਸਥਿਤੀ ਬਣੀ ਹੋਈ ਆ। ਉਹਦੇ ਵਿੱਚ ਕੋਈ ਇਖਲਾਕ, ਕੋਈ ਮੋਰਲਸ ਨਹੀਂ ਹੈ, ਕੋਈ ਸੰਸਕਾਰਾਂ ਵਾਲੀ ਗੱਲ ਨਹੀਂ ਹੈ। ਜਿੱਧਰ ਫਾਇਦਾ ਦੇਖੋ ਉਧਰ ਚਲੇ ਜਾ, ਮਤਲਬ ਸਾਰੇ ਥਾਲੀ ਤੇ ਬਤਾਉ ਨੇ। ਜਿੱਥੇ ਦੇਖਿਆ ਤਵਾ ਪਰਾਤ ਉੱਥੇ ਕੱਟਾਂ ਸਾਰੀ ਰਾਤ, ਨਾਲੇ ਗਾਵਾਂ ਵੀ ਸਾਰੀ ਰਾਤ। ਗੱਲ ਇਹ ਆ, ਤੁਸੀਂ ਕਦੀ ਕਲਪਨਾ ਕਰੋ, ਤੁਹਾਨੂੰ ਲੱਗਦਾ ਹੈ ਕਿ ਬਿਨਾਂ ਮੁੱਦਿਆਂ ਤੋਂ ਵੀ ਕਦੀ ਦੇਸ਼ ਹੋ ਸਕਦਾ ਕਿ ਇਹਦੇ 'ਚ ਕੋਈ ਮੁੱਦਾ ਹੀ ਨਹੀਂ? ਤੇ ਮੈਂ ਕਿਸੇ ਨੂੰ ਪੁੱਛ ਲਿਆ ਇੱਦਾਂ ਹੀ ਐਕਸਪਰਟ ਨੂੰ, ਜਿਵੇਂ ਤੁਸੀਂ ਮੇਰੇ ਨਾਲ ਬੈਠੇ ਹੋ ਸੀਨੀਅਰ, ਮੈਂ ਕਿਹਾ ਜੀ ਮੁੱਦੇ ਖਤਮ ਹੋ ਸਕਦੇ ਨੇ? ਕਹਿੰਦੇ ਨਹੀਂ, ਡੈਮੋਕ੍ਰੇਸੀ ਜਿਹੜੀ ਹੈ ਨਾ ਉਹ ਇਸ਼ੂ ਬੇਸਡ ਪੋਲਿਟਿਕਸ ਹੈ। ਉਹ ਮੁੱਦੇ ਖੜੇ ਰੱਖੇ ਜਾਂਦੇ ਆ ਕਿਉਂਕਿ ਉਹ ਮੁੱਦਿਆਂ ਦੇ ਆਲੇ ਦੁਆਲੇ ਤੇ ਸਿਆਸਤ ਬੁਣਨੀ ਹੈ। ਬਿਲਕੁਲ। ਜੇ ਮੁੱਦਾ ਖਤਮ ਕਰ ਦਿੱਤਾ ਤਾਂ ਫਿਰ ਸਿਆਸਤ ਕਿਵੇਂ ਖੇਡਾਂਗੇ? ਇਸ ਕਰਕੇ ਮੁੱਦੇ ਬਣਾ ਕੇ ਰੱਖਣਗੇ, ਬਲਕਿ ਹੋਰ ਮੁੱਦੇ ਪੈਦਾ ਕੀਤੇ ਜਾਣਗੇ। ਮੈਨੂੰ ਕਹਿੰਦੇ ਪੁੱਤਰ ਜੀ ਤੁਸੀਂ ਮੈਨੂੰ ਦੱਸੋ 75 ਸਾਲ ਦੀ ਆਜ਼ਾਦੀ ਹੋ ਗਈ, ਕੋਈ ਮੁੱਦਾ ਹੱਲ ਹੋਇਆ? ਬਿਲਕੁਲ। ਔਰ ਕਿਹੜੀਆਂ ਪਾਲਿਸੀਆਂ ਨੇ ਜਿਹੜੀਆਂ ਪੂਰੀਆਂ ਹੋਈਆਂ? ਇੱਕ ਬਹੁਤ ਘੱਟ, ਬਹੁਤ ਰੇਅਰ। 75 ਸਾਲ ਦੀ ਆਜ਼ਾਦੀ ਦਾ ਰੇਡੀਓ ਟੀਵੀ ਤੇ ਪ੍ਰਚਾਰ ਕੀਤਾ ਜਾ ਰਿਹਾ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਆ, ਤੇ ਆਪ ਸੋਸ਼ਲ ਮੀਡੀਆ ਤੇ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਆ ਵੀ ਘਰ ਦੇ ਮਲਬੇ ਤੇ ਇੱਕ ਔਰਤ ਬੈਠੀ ਆ, ਹੈ, ਕੂਕ ਰਹੀ ਆ, ਰੋ ਰਹੀ ਆ। ਉਹ ਕਿੱਥੇ ਆਜ਼ਾਦੀ ਆ? ਇਹ ਕਿਹੜੀ ਆਜ਼ਾਦੀ ਆ ਜਿੱਥੇ ਸਿਆਸੀ ਘੱਟ ਗਿਣਤੀਆਂ ਨੂੰ ਜਿਹੜੀ ਧਾਰਮਿਕ ਘੱਟ ਗਿਣਤੀਆਂ ਨੂੰ ਸਿਆਸੀ ਨਫ਼ਰਤ ਚੱਲਣੀ ਪੈ ਰਹੀ ਆ, ਉਹਨਾਂ ਦੇ ਘਰਾਂ 'ਤੇ ਬਲਡੋਜ਼ਰ ਚੱਲ ਰਹੇ ਆ। ਦੇਖੋ ਕਾਨੂੰਨ ਕਹਿੰਦਾ ਵੀ ਜੇ ਕੋਈ ਕਸੂਰਵਾਰ ਹੈ ਨਾ ਉਹਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ, ਉੱਤੇ ਮੁਕੱਦਮਾ ਚੱਲੇ, ਅਦਾਲਤ ਦੇਖੇ ਵੀ ਉਹ ਕਸੂਰਵਾਰ ਹੈ, ਉਹਨੂੰ ਸਜ਼ਾ ਦੇਣੀ, ਉਹਨੂੰ ਰਿਹਾ ਕਰਨਾ, ਹੈ ਨਾ। ਜਦੋਂ ਅਸੀਂ ਕਾਨੂੰਨ ਜਿਹੜਾ ਉਹਨੂੰ ਆਪਣੇ ਹੱਥ 'ਚ ਲੈਂਦੇ ਹਾਂ ਫਿਰ ਉਹਨੂੰ ਤਾਂ ਬੁਰਸ਼ਾਗਰਦੀ ਕਿਹਾ ਜਾਂਦਾ ਹੈ। ਬੁਰਸ਼ਾਗਰਦੀ। ਤਾਂ ਇਹੋ ਜਿਹੀ ਜਿਹੜੀ ਸਥਿਤੀ ਆ ਉਹਦੇ 'ਚੋਂ ਮੁਲਕ ਦਾ ਨਿਕਲਣਾ ਬਣਦਾ, ਹੈ ਨਾ। ਇੱਕ ਤੇ ਸੰਯੁਕਤ ਰਾਸ਼ਟਰ ਹੀ ਜੇ ਹੁਣ ਕਹਿ ਰਿਹਾ ਤਾਂ ਉਹ ਤੋਂ ਅਗਲੀ ਤਾਂ ਕੋਈ ਗੱਲ ਨਹੀਂ। ਬਿਲਕੁਲ ਜੀ। ਇੱਕ ਗੱਲ ਮੈਨੂੰ ਬੜੀ ਅੰਦਰੋਂ ਨਾ ਮਤਲਬ ਸੱਟ ਮਾਰਦੀ ਆ, ਕਹਿੰਦੇ ਇਹ ਭਾਰਤ ਦੀ ਗੱਲ ਨਹੀਂ ਬਲਕਿ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼ ਨੇ, ਉਹਨਾਂ ਸਭ ਦੀ ਇਹ ਗੱਲ ਹੈ, ਬਲਕਿ ਪੂਰੀ ਦੁਨੀਆ ਦੇ ਦੇਸ਼ਾਂ ਦੀ ਇੱਕ ਕਾਮਨ ਗੱਲ ਆ ਕਿ ਇੱਕ ਤਾਂ ਉੱਪਰੋਂ ਸਾਨੂੰ ਦਿਖਾਈ ਦਿੰਦਾ ਕਾਨੂੰਨ ਚੱਲਦਾ, ਪ੍ਰਸ਼ਾਸਨ ਚੱਲਦਾ, ਉੱਪਰਲੀ ਵਿਵਸਥਾ ਚੱਲਦੀ ਪਈ ਹੈ, ਉੱਤਰੋਂ ਦੇਸ਼ ਚੱਲਦਾ ਪਿਆ, ਇਹ ਉੱਪਰੋਂ ਦਿਖਾਈ ਦਿੰਦਾ। ਇੱਕ ਅੰਦਰ ਹੁੰਦੀ ਡੀਪ ਸਟੇਟ, ਉਹਦੇ 'ਚ ਐਸੇ ਅਸਲ ਰਸੂਖ ਵਾਲੇ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਇੱਕ ਏਜੰਡਾ ਹੁੰਦਾ ਔਰ ਉਹ ਹਰ ਮੁਲਕ ਦੇ ਵਿੱਚ ਬੈਠੇ ਨੇ। ਬਿਲਕੁਲ ਬਿਲਕੁਲ। ਔਰ ਉਹ ਐਸੇ ਬੰਦੇ ਨੇ ਜਿਨ੍ਹਾਂ ਨੇ ਖੂਬ ਸਰਮਾਇਆ ਵੀ ਕਮਾਇਆ, ਖੂਬ ਨਾਮ ਵੀ ਖੱਟਿਆ। ਉਹਨਾਂ ਨੂੰ ਪਤਾ ਹੈ ਕਿ ਆਫਿਸਰਸ ਦੀ ਲੌਬਿੰਗ ਕਿੱਦਾਂ ਕਰਨੀ ਹੈ, ਉਹਨਾਂ ਨੂੰ ਪਤਾ ਕਿ ਫੰਡਸ ਕਿੱਦਾਂ ਇਕੱਠੇ ਕਰਨੇ ਨੇ, ਉਹਨਾਂ ਨੂੰ ਪਤਾ ਕਿ ਸਿਆਸਤਦਾਨਾਂ ਨੂੰ ਕਿਵੇਂ ਆਪਣੀਆਂ ਉਂਗਲੀਆਂ ਤੇ ਨਚਾਉਣਾ, ਉਹਨਾਂ ਨੂੰ ਇਹ ਪਤਾ ਕਿ ਪਾਲਿਸੀਆਂ ਨੂੰ ਕਿੱਦਾਂ ਪਾਸ ਕਰਵਾਉਣਾ ਤੇ ਪਾਲਿਸੀਆਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਡੇ ਫਾਇਦੇ 'ਚ ਹੋਣ। ਸਟੇਟ ਦੇ ਲੋਕ ਇਹੀ ਕੰਮ ਦਿਨ ਰਾਤ ਲੱਗੇ ਰਹਿੰਦੇ ਆ। ਇਹ ਹੁਣ ਜਿਹੜੀ ਡੀਪ ਸਟੇਟ ਹੈ ਕਿ ਜਿਹੜੀ ਸਿਰਫ ਆਪਣੇ ਵਾਸਤੇ ਕੰਮ ਕਰਦੀ ਹੈ, ਉਹਨਾਂ ਦੇ ਸਿਲੇਬਸ ਦੇ ਵਿੱਚ ਨਾ ਦੇਸ਼ ਹੈ ਨਾ ਦੇਸ਼ ਵਾਸੀ ਨੇ, ਉਹਨਾਂ ਦੀ ਆਪਣੀ ਸੱਤਾ, ਆਪਣੀ ਪਾਵਰ ਜਿਹਦੇ 'ਚ ਉਹ ਖੇਡਦੇ ਨੇ ਤੇ ਸਭ ਨੂੰ ਕਮਾਉਂਦੇ ਨੇ। ਹੁਣ ਉਹਦਾ ਕੀ ਇਲਾਜ ਹੈ? ਉਹਦਾ ਤਾਂ ਕੋਈ ਇਲਾਜ ਨਹੀਂ, ਉਹਦਾ ਤਾਂ ਲੋਕ ਜਾਗਣਗੇ ਹੌਲੀ ਹੌਲੀ, ਚੇਤਨਾ ਦੇ ਉਸ ਪੱਧਰ 'ਤੇ ਜਾਣਗੇ ਤਾਂ ਫਿਰ ਕਿਤੇ ਮੁਕਤੀ ਉਹਦੇ ਤੋਂ ਜਿਹੜਾ ਹਾਸਲ ਹੋ ਸਕਦੀ ਆ। ਪਰ ਇੱਦਾਂ ਆ ਵੀ ਕਹਿੰਦੇ ਆ ਸਮਾਂ ਇਕਸਾਰ ਨਹੀਂ ਰਹਿੰਦਾ, ਸਾਰਾ ਕੁਝ ਬਦਲਦਾ ਜੀ। ਜਿਹੜੀ ਤਬਦੀਲੀ ਉਹ ਕੁਦਰਤ ਦਾ ਨਿਯਮ ਹੈ ਨਾ। ਸੋ ਆਉਣ ਵਾਲੇ ਸਮਿਆਂ 'ਚ ਹੋ ਸਕਦਾ ਲੋਕ ਇੰਨੇ ਚੇਤਨ ਹੋ ਜਾਣ ਵੀ ਉਹ ਜਿਹੜੇ ਡੀਪ ਸਟੇਟ ਦੇ ਮਾਰੂ ਵਾਰ ਆ ਉਹਨਾਂ ਨੂੰ ਉਹ ਬੇਅਸਰ ਕਰ ਸਕਣ। ਬਿਲਕੁਲ ਸਹੀ ਆ। ਸੋ ਚੰਗੇ ਦੀ ਉਮੀਦ ਕਰਨੀ ਚਾਹੀਦੀ ਹੈ ਨਾ। ਸੋ ਮੇਰਾ ਖਿਆਲ ਆ ਵੀ ਅੱਜ ਲਈ ਇੰਨਾ ਕਾਫੀ ਆ। ਬਿਲਕੁਲ, ਉਮੀਦ ਬਹੁਤ ਵਧੀਆ ਜਗਾ ਦਿੱਤੀ ਤੁਸੀਂ ਸਾਰਿਆਂ ਦੇ ਦਿਲ ਦੇ ਵਿੱਚ। ਅਗਲਾ ਪ੍ਰੋਗਰਾਮ ਜਿਹੜਾ ਆ ਦੇਖੋ ਕਹਿੰਦੇ ਹੁੰਦੇ ਆ ਵੀ ਜਦ ਤੱਕ ਆਸ ਤਦ ਤੱਕ ਸਵਾਸ ਕਹਿੰਦੇ ਆ ਨਾ ਆਪਾਂ। ਸੋ ਆਸ ਦੇ ਸਿਰ ਤੇ ਮਨੁੱਖ ਜਿਉਂਦਾ, ਤਾਂ ਆਸ ਦੀ ਕੰਨੀ ਕਦੀ ਨਹੀਂ ਛੱਡਣੀ ਚਾਹੀਦੀ। ਬਿਲਕੁਲ, ਆਸ ਜਿਹੜੀ ਹੈ ਨਾ ਇੱਕ ਪੋਜ਼ਿਟਿਵ ਸਾਈਨ ਆ, ਸਾਡੇ ਅੰਦਰ ਇੱਕ ਚੰਗੀ ਭਾਵਨਾ ਪੈਦਾ ਕਰਕੇ ਰੱਖਦੀ ਆ ਔਰ ਉਹਦੇ ਮੁਤਾਬਿਕ ਅਸੀਂ ਅੱਗੇ ਵਧਦੇ ਹਾਂ। ਕੋਈ ਦੁੱਖ ਵੀ ਸਹਿਣਾ ਪਵੇ, ਕੋਈ ਮੁਸੀਬਤ ਵੀ ਆਵੇ, ਪਰ ਆਸ ਹੈ, ਹੋਪ ਹੈ। ਔਰ ਨਾਲ ਦੀ ਨਾਲ ਸਿਆਣੇ ਇਹ ਵੀ ਕਹਿੰਦੇ ਨੇ ਕਿ ਜਿਹੜੀ ਹੋਪ ਹੈ ਨਾ
ਉਹ ਕੋਈ ਪਲੈਨਿੰਗ ਨਹੀਂ ਹੁੰਦੀ, ਬਿਲਕੁਲ ਉਹ ਸਿਰਫ ਇੱਕ ਭਾਵਨਾ ਹੈ। ਭਾਵਨਾ ਹੈ। ਤੁਹਾਨੂੰ ਇੱਕ ਪਲੈਨਿੰਗ ਚਾਹੀਦੀ ਹੁੰਦੀ ਹੈ ਅੱਗੇ ਵਧਣ ਵਾਸਤੇ, ਹੋਪ ਹੈ ਠੀਕ ਹੈ, ਭਾਵਨਾ ਹੈ ਠੀਕ ਹੈ, ਪਰ ਇੱਕ ਸਟ੍ਰੈਟਜੀ, ਇੱਕ ਵਿਉਂਤਬੰਦੀ, ਇੱਕ ਯੋਜਨਾ, ਇੱਕ ਪਲਾਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਤਾਂ ਹੀ ਤੁਸੀਂ ਸਟੈਪ ਬਾਏ ਸਟੈਪ ਆਪਣੇ ਮੰਜ਼ਿਲੇ ਮਕਸੂਦ ਤੱਕ ਪਹੁੰਚ ਸਕਦੇ ਹੋ। ਰੋਡ ਮੈਪ ਹੋਣਾ ਚਾਹੀਦਾ ਤੁਹਾਡੇ ਕੋਲ। ਸੋ ਪਿਆਰੇ ਦਰਸ਼ਕੋ, ਇੰਨੇ ਨਾਲ ਹੀ ਤੁਹਾਡੇ ਤੋਂ ਅੱਜ ਇਜਾਜ਼ਤ ਲੈਂਦੇ ਹਾਂ। ਅਗਲੇ ਪ੍ਰੋਗਰਾਮ 'ਚ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਨਰਿੰਦਰ ਸਿੰਘ ਸੱਤੀ ਤੇ ਸੰਜੀਵ ਯਸ਼ ਖੰਨਾ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।